ਕੁੜੀਆਂ ਕਿਉਂ ਫੀਲ ਕਰਦੀਆਂ ਕਿ ਮੁੰਡੇ ਦਾ ਲੰਬਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਮੁੰਡਿਆਂ ਦਾ ਸੇਮ ਕਿ ਮੁੰਡੇ ਕਿਉਂ ਚਾਹੁੰਦੇ ਨੇ ਕਿ ਕੁੜੀ ਬੜੀ ਕਰਵੀ ਹੋਵੇ। ਇਨੀਸ਼ੀਅਲੀ ਗੱਲ ਸਾਡੀ ਹੋਣੀ ਸ਼ੁਰੂ ਹੋਈ ਅਤੇ ਉਹਨਾਂ ਨੇ ਕਿਹਾ ਕਿ ਭਾਜੀ ਹਾਈਟ ਮੇਰੀ ਇੰਨੀ ਲੰਬੀ ਨਹੀਂ ਅਤੇ ਬਹੁਤ ਜ਼ਿਆਦਾ ਇਨਸਿਕਿਉਰ ਰਹਿੰਦਾ ਵਾਂ ਜਦੋਂ ਮੇਰੀ ਹਾਈਟ 'ਤੇ ਗੱਲ ਆਉਂਦੀ ਹੈ ਜਾਂ ਮੈਨੂੰ ਇੱਕ ਪਾਰਟਨਰ ਸੀਕ ਕਰਨਾ ਪੈਂਦਾ ਜਾਂ ਡੇਟਿੰਗ ਦੀ ਗੱਲ ਆਉਂਦੀ ਹੈ। ਮੋਦੀ ਦੀ ਲੁੱਕ ਇਨੀਸ਼ੀਅਲੀ ਜਦੋਂ CM ਸੀ ਉਦੋਂ ਦੀ ਲੁੱਕ ਅਤੇ PM ਦੀ ਲੁੱਕ ਬਹੁਤ ਛੋਟੀਆਂ ਛੋਟੀਆਂ ਉਹਦੀਆਂ ਲੁੱਕ ਦੇ ਨਾਲ ਚੀਜ਼ਾਂ ਕੀਤੀਆਂ ਗਈਆਂ ਨੇ। ਮੁੰਡਿਆਂ ਦਾ ਐਕਚੁਅਲ ਬਲੱਡ ਜਦੋਂ ਸੋਹਣੀ ਕੁੜੀ ਨੂੰ ਦੇਖਦੇ ਨੇ ਬ੍ਰੇਨ ਦੇ ਵਿੱਚੋਂ ਨਿਕਲ ਜਾਂਦਾ, ਕਿਤੇ ਹੋਰ ਚਲਾ ਜਾਂਦਾ। ਓਬਵੀਅਸਲੀ ਤੁਸੀਂ ਸਮਝਦੇ ਹੋਵੋਗੇ। ਸਤੰਬਰ ਦਾ ਮਹੀਨਾ ਮੈਂ ਬਹੁਤ ਜ਼ਿਆਦਾ ਐਕਸਾਈਟਡ ਰਹਿੰਦਾ ਵਾਂ ਅਤੇ ਮਹੀਨੇ ਦੀ ਮੈਨੂੰ ਬਹੁਤ ਜ਼ਿਆਦਾ ਵੇਟ ਰਹਿੰਦੀ ਹੈ ਕਿਉਂਕਿ ਟੈਕਨੋਲੋਜੀ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਵਾਂ ਕਾਇੰਡ ਆਫ, ਅਤੇ ਬਹੁਤ ਜ਼ਿਆਦਾ ਪ੍ਰੋ ਆ ਟੈਕ ਦਾ। ਕਿਉਂਕਿ ਬਹੁਤ ਲੋਕ ਕਹਿੰਦੇ ਨੇ ਕਦੀ ਕਦੀ ਕਿ ਟੈਕਨੋਲੋਜੀ ਸ਼ਾਇਦ ਤੁਹਾਡੇ ਵਾਸਤੇ ਸਹੀ ਨਹੀਂ, ਇਹ ਡਿਵਾਈਸਿਸ ਤੁਹਾਡੇ ਵਾਸਤੇ ਸਹੀ ਨਹੀਂ, ਸੋਸ਼ਲ ਮੀਡੀਆ ਐਪਸ ਤੁਹਾਡੇ ਵਾਸਤੇ ਸਹੀ ਨਹੀਂ, ਆਰਟੀਫਿਸ਼ੀਅਲ ਇੰਟੈਲੀਜੈਂਸ ਤੁਹਾਡੇ ਵਾਸਤੇ ਸਹੀ ਨਹੀਂ। ਬਟ ਮੈਂ ਹਰੇਕ ਚੀਜ਼ ਨੂੰ ਖੰਡਨ ਕਰਦਾ ਵਾਂ ਕਾਇੰਡ ਆਫ। ਰੀਜ਼ਨ ਇਹ ਕਿ ਅਗਰ ਤੁਸੀਂ ਆਪਣੇ ਆਪ ਨੂੰ ਕੰਟਰੋਲ ਹੀ ਨਹੀਂ ਕਰ ਸਕਦੇ ਇਹ ਡਿਵਾਈਸਿਸ ਦੇ ਥਰੂ ਕਿ ਉਹਨਾਂ ਨੂੰ ਘੱਟ ਆਪਾਂ ਵਰਤੀਏ, ਅਤੇ ਉਹ ਡਿਵਾਈਸਿਸ ਦਾ ਕਸੂਰ ਨਹੀਂ, ਉਹ ਤੁਹਾਡਾ ਕਸੂਰ ਹੈ ਓਬਵੀਅਸਲੀ। ਅਤੇ ਕਿਸੇ ਵੀ ਚੀਜ਼ ਨੂੰ ਸਿਰਫ ਟੈਕ ਦੀ ਹੀ ਗੱਲ ਨਹੀਂ, ਕਿਸੇ ਵੀ ਚੀਜ਼ ਨੂੰ ਤੁਸੀਂ ਅਗਰ ਓਵਰ ਯੂਜ਼ ਕਰਦੇ ਹੋ ਦੈਟਸ ਯੋਰ ਫਾਲਟ, ਨਾ ਕਿ ਉਹ ਚੀਜ਼ ਦਾ। ਅਤੇ ਟੈਕਨੋਲੋਜੀ ਮੈਨੂੰ ਇਸ ਲਈ ਜ਼ਿਆਦਾ ਪਸੰਦ ਹੈ ਕਿਉਂਕਿ ਲਾਈਫ ਦੇ ਵਿੱਚ ਹਰੇਕ ਅਪਗ੍ਰੇਡ ਦੇ ਨਾਲ, ਹਰੇਕ ਨਵੇਂ ਡਿਵਾਈਸ ਦੇ ਨਾਲ ਤੁਹਾਡੀ ਲਾਈਫ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ। ਹੁਣ ਸਤੰਬਰ ਦਾ ਮਹੀਨਾ ਮੈਨੂੰ ਕਿਉਂ ਪਿਆਰਾ ਹੈ, ਜਿਹਨੂੰ ਆਪਾਂ ਟੈਕਟੈਂਬਰ ਵੀ ਕਹਿੰਦੇ ਹਾਂ, ਮੈਨੂੰ ਕਿਉਂ ਵਧੀਆ ਲੱਗਦਾ ਕਿਉਂਕਿ ਬਹੁਤ ਤਗੜੀ ਜੋ ਕੰਪਨੀਆਂ ਨੇ, ਐਪਲ ਹੋ ਗਿਆ, ਸੋਨੀ ਹੋ ਗਿਆ, ਸੈਮਸੰਗ ਹੋ ਗਿਆ, ਗੂਗਲ ਹੋ ਗਿਆ, ਮਾਈਕਰੋਸਾਫਟ ਹੋ ਗਿਆ, ਆਪਣੇ ਨਵੇਂ ਪ੍ਰੋਡਕਟ ਲਾਂਚ ਕਰਦੇ ਨੇ। ਅਤੇ ਇਹ ਕੁਛ ਦਿੱਗਜ ਕੰਪਨੀਆਂ ਨੇ ਜੋ ਵੀ ਇਹ ਚੀਜ਼ਾਂ ਐਸਟੈਬਲਿਸ਼ ਕਰਦੇ ਨੇ ਮਾਰਕੀਟ ਦੇ ਵਿੱਚ, ਦੂਜੀ ਸਾਰੀ ਮਾਰਕੀਟ ਇਹਨਾਂ ਨੂੰ ਫੋਲੋ ਕਰਦੀ ਹੈ। ਅਤੇ ਇਹਨਾਂ ਦੇ ਨਵੇਂ ਪ੍ਰੋਡਕਟਸ ਦਾ ਲਾਂਚ ਹੋਣਾ ਬਹੁਤ ਜ਼ਿਆਦਾ ਕਾਇੰਡ ਆਫ ਇੰਪੋਰਟੈਂਟ ਹੈ ਕਿਉਂਕਿ ਸਾਰੀ ਮਾਰਕੀਟ ਉਹਨਾਂ ਦੇ ਥਰੂ ਹੀ ਲੀਡ ਹੁੰਦੀ ਹੈ। ਅਤੇ ਹੁਣ ਐਪਲ ਦੀ ਇਵੈਂਟ ਹੋਈ, ਐਪਲ ਦੇ ਨਵੇਂ ਆਈਫੋਨਸ ਆਏ। ਹੁਣ ਆਈਫੋਨ ਡਿਜ਼ਾਈਨ ਪੱਖੋਂ ਤਾਂ ਲੱਗਦਾ ਹੈ ਕਿ ਯਾਰ ਕੋਈ ਵੀ ਚੀਜ਼ ਨਵੀਂ ਨਹੀਂ ਆਈ, ਬਟ ਸਲੋਲੀ ਛੋਟੀਆਂ ਛੋਟੀਆਂ ਇੰਪਰੂਵਮੈਂਟ ਹਰੇਕ ਪ੍ਰੋਡਕਟ ਦੇ ਵਿੱਚ ਪਾਉਂਦੇ ਨੇ। ਅਤੇ ਐਪਲ ਵਾਚ ਇਸ ਸਾਲ ਮੈਂ ਵੀ ਸੋਚਦਾ ਪਿਆ ਕਿ ਮੈਂ ਇਹ ਵਾਚ ਲਵਾਂ। ਹੁਣ ਸਮਾਰਟ ਵਾਚਿਸ ਦਾ ਮੈਂ ਇੰਨਾ ਜ਼ਿਆਦਾ ਫੈਨ ਨਹੀਂ ਸੀ ਪਹਿਲੋਂ ਕਿਉਂਕਿ ਮੈਨੂੰ ਵਾਚਿਸ ਐਨਾਲੌਗ ਬਹੁਤ ਪਸੰਦ ਨੇ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਕਲਾਈ ਦੇ ਉੱਤੇ ਕੋਈ ਡਿਸਟਰੈਕਸ਼ਨ ਹੋਵੇ ਕਿ ਮਿੰਟ ਬਾਅਦ ਕੋਈ ਨੋਟੀਫਿਕੇਸ਼ਨ ਆਵੇ। ਬਟ ਉਹ ਵੀ ਕਿਤੇ ਨਾ ਕਿਤੇ ਆਪਾਂ ਕੰਟਰੋਲ ਕਰ ਸਕਦੇ ਹਾਂ। ਅਤੇ ਰੀਜ਼ਨ ਮੈਨੂੰ ਲੱਗਦਾ ਪਿਆ ਕਿ ਮੈਨੂੰ ਸਮਾਰਟ ਵਾਚ ਲੈਣੀ ਚਾਹੀਦੀ ਹੈ ਕਿਉਂਕਿ ਉਮਰ ਦੇ ਨਾਲ ਨਾਲ ਮੈਨੂੰ ਇਹ ਵੇ ਕਿ ਹੁਣ ਮੈਨੂੰ ਹਾਰਟ ਦਾ ਬੜਾ ਖਿਆਲ ਰੱਖਣਾ ਪਏਗਾ, ਮੈਨੂੰ ਮੋਨੀਟਰ ਕਰਨਾ ਪਏਗਾ ਕਿ ਕਦੋਂ ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਕਦੋਂ ਮੇਰਾ ਬਲੱਡ ਪ੍ਰੈਸ਼ਰ ਘੱਟ ਹੈ। ਅਤੇ ਉਹ ਚੀਜ਼ ਵਾਸਤੇ ਬਹੁਤ ਇੰਪੋਰਟੈਂਟ ਹੈ ਕਹਿ ਲਈਏ ਇੱਕ ਸਮਾਰਟ ਵਾਚ ਕਿ ਤੁਸੀਂ ਟਰੈਕ ਕਰ ਸਕਦੇ ਹੋ ਆਪਣੇ ਆਪ ਨੂੰ। ਅਤੇ ਇਹ ਪਹਿਲੀ ਨਿਊਜ਼ ਮੇਰੇ ਵਾਸਤੇ ਸਤੰਬਰ ਦੇ ਵਿੱਚ, ਇਸ ਲਈ ਮੈਂ ਬੜਾ ਖੁਸ਼ ਹੁੰਦਾ ਹਾਂ ਕਿਉਂਕਿ ਇਹ ਮਹੀਨਾ ਕਾਫੀ ਵਧੀਆ ਮੇਰਾ ਜਾ ਰਿਹਾ। ਜਿੱਦਾਂ ਮੈਂ ਚਾਹੁੰਦਾ ਸੀ ਕਿ ਪ੍ਰੋਡਕਟ ਰਿਲੀਜ਼ ਹੋਣਗੇ ਕਿ ਆਹ ਫੀਚਰ ਮੈਨੂੰ ਚਾਹੀਦੇ ਨੇ, ਉਹ ਚੀਜ਼ਾਂ ਆਉਂਦੀਆਂ ਪਈਆਂ ਨੇ। ਜਿੱਦਾਂ ਕਿ ਡਬਲ ਟੈਪ ਫੀਚਰ ਆਇਆ ਨਾ ਐਪਲ ਵਾਚ ਦੇ ਵਿੱਚ, ਉਹ ਬੜਾ ਕੂਲ ਜਿਹਾ ਫੀਚਰ ਹੈ। ਅਤੇ ਐਕਸਾਈਟਡ ਮੈਂ ਇਸ ਲਈ ਹਾਂ, ਇਮੈਜਿਨ ਕਰੋ ਕਿ ਜਦੋਂ ਆਪਣੀ ਟੱਚ ਸਕਰੀਨ ਆਈ ਸੀ, ਟੱਚ ਸਕਰੀਨ ਦੇ ਵਿੱਚ ਸੀ ਕਿ ਯਾਰ ਬਟਨ ਨਹੀਂ ਹੋਣਗੇ, ਰੀਅਲੀ ਆਪਾਂ ਸਿੱਧਾ ਸਕਰੀਨ ਦੇ ਉੱਤੇ ਟੱਚ ਕਰ ਸਕਦੇ ਹਾਂ। ਅਤੇ ਐਪਲ ਦਾ ਇਸ ਵਾਰ ਇਹ ਪ੍ਰੋਡਕਟ ਜਿਹੜੀ ਨਵੀਂ ਵਾਚ ਆਈ ਹੈ ਉਹਦੇ ਵਿੱਚ ਵੀ ਕੀ ਹੈ ਕਿ ਤੁਸੀਂ ਆਪਣੇ ਫਿੰਗਰ ਨੂੰ ਟੈਪ ਕਰ ਸਕਦੇ ਹੋ ਕੋਈ ਵੀ ਐਕਸ਼ਨ ਕਰਨ ਵਾਸਤੇ। ਜਿਹੜੀ ਕਲਾਈ ਦੇ ਉੱਤੇ ਤੁਸੀਂ ਵਾਚ ਪਾਈ ਹੋਈ ਹੈ ਉਹਨੂੰ ਆਪਾਂ ਟੈਪ ਕਰ ਸਕਦੇ ਹਾਂ। ਸਿਰਫ ਡਬਲ ਟੈਪ ਕੀਤਾ ਆਪਾਂ ਮਨੂਵਰ ਕਰ ਸਕਦੇ ਹਾਂ ਵਾਚ ਨੂੰ, ਆਪਾਂ ਨੂੰ ਟੱਚ ਕਰਨ ਦੀ ਵੀ ਲੋੜ ਨਹੀਂ। ਅਤੇ ਮੈਂ ਦੇਖਦਾ ਮੈਂ ਕਿ ਕਿੱਦਾਂ ਬਟਨਾਂ ਤੋਂ ਆਪਾਂ ਸਕਰੀਨ ਦੇ ਉੱਤੇ ਗਏ ਅਤੇ ਹੁਣ ਸਕਰੀਨ ਦੇ ਵਿੱਚੋਂ ਆਪਾਂ ਜੈਸਚਰ ਵੱਲ ਜਾਂਦੇ ਪਏ ਹਾਂ, ਇਸ਼ਾਰਿਆਂ ਵੱਲ ਜਾਂਦੇ ਪਏ ਹਾਂ। ਅਤੇ ਜੋ ਐਪਲ ਦਾ ਇੱਕ ਵਿਜ਼ਨ ਪ੍ਰੋ ਜੋ ਐਨਕਾਂ ਜੋ ਪਿਛਲੇ ਸਾਲ ਲਾਂਚ ਹੋਈਆਂ ਸੀ, ਉਹਦੇ ਵਿੱਚ ਬਹੁਤ ਇੱਦਾਂ ਦੇ ਫੀਚਰ ਨੇ ਜੋ ਸਿਰਫ ਇਸ਼ਾਰਿਆਂ ਦੇ ਨਾਲ ਹੁੰਦੇ ਨੇ। ਫਿਰ ਮੈਟਾਵਰਸ ਦੇ ਵਿੱਚ ਕਾਫੀ ਇਸ਼ਾਰਿਆਂ ਵਾਲੀ ਚੀਜ਼ ਹੈ। ਅਤੇ ਮੇਰਾ ਇਹ ਦੇਖਣਾ ਕਿ ਕਿੱਦਾਂ ਇਹ ਹੁਣ ਟੈਕਨੋਲੋਜੀ ਪ੍ਰੋਬਲੀ 10 ਸਾਲ ਬਾਅਦ, ਹੋਰ 10 ਸਾਲ ਤੋਂ ਬਹੁਤ ਜ਼ਿਆਦਾ ਲੰਬਾ ਸਮਾਂ ਹੋ ਗਿਆ, ਕੁਛ ਸਾਲਾਂ ਬਾਅਦ ਹੀ ਇਹ ਜੋ ਜੈਸਚਰ ਵਾਲਾ ਫੀਚਰ ਨੇ ਬਹੁਤ ਜ਼ਿਆਦਾ ਨੋਰਮਲ ਹੋ ਜਾਣਗੇ। ਅਤੇ ਜਿੱਦਾਂ ਮੈਂ ਕਿਹਾ ਕਿ ਇੱਦਾਂ ਦੀਆਂ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਹੈਪੀ ਕਰਦੀਆਂ ਨੇ, ਛੋਟੀਆਂ ਛੋਟੀਆਂ ਇੰਪਰੂਵਮੈਂਟਸ ਮੈਨੂੰ ਬਹੁਤ ਜ਼ਿਆਦਾ ਹੈਪੀ ਕਰਦੀਆਂ ਨੇ। ਚਲੋ ਇਹ ਤਾਂ ਰਹੀ ਟੈਕ ਦੀ ਗੱਲ। ਫਿਰ ਦੂਜਾ ਜੋ G20 ਦਾ ਸਮਿਟ ਹੋਇਆ ਇੰਡੀਆ ਦੇ ਵਿੱਚ, ਉਹਦੇ ਵਾਸਤੇ ਵੀ ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀ। ਅਤੇ ਜੋ ਵੀ ਕਨਕਲੂਜਨ ਉਹ G20 ਦਾ ਨਿਕਲਿਆ ਮੈਂ ਬਹੁਤ ਜ਼ਿਆਦਾ
ਹੈਪੀ ਹਾਂ। ਅਤੇ ਅਗਰ ਕੋਈ ਬਹੁਤ ਜ਼ਿਆਦਾ ਐਕਸਪਰਟ ਹੈ G20 ਦੇ ਉੱਤੇ ਤਾਂ ਜ਼ਰੂਰ ਮੈਨੂੰ ਮੈਸੇਜ ਕਰਿਓ ਇੰਸਟਾ ਦੇ ਉੱਤੇ। ਹੋ ਸਕਦਾ ਕਿ ਇਹਦੇ ਉੱਤੇ ਮੈਂ ਪੋਡਕਾਸਟ ਵੀ ਕਰਨਾ ਚਾਹਵਾਂ, ਇੰਡੀਆ ਦੇ ਉੱਤੇ ਪੋਡਕਾਸਟ ਵੀ ਕਰਨਾ ਚਾਹਵਾਂ, ਅਗਰ ਕੋਈ ਇੰਟਰਸਟਿੰਗ ਬੰਦਾ ਮੈਨੂੰ ਲੱਗਿਆ ਇੰਸਟਾਗ੍ਰਾਮ ਤੋਂ ਤਾਂ। ਅਤੇ ਜਿੱਦਾਂ ਮੈਂ ਕਿਹਾ ਕਿ ਇੰਡੀਆ ਜੋ ਪੋਜੀਸ਼ਨ ਦੇ ਵਿੱਚ ਹੁਣ ਆਇਆ ਹੈ ਕੋਵਿਡ ਤੋਂ ਬਾਅਦ ਸਪੈਸ਼ਲੀ, ਇਟ ਫੀਲਸ ਕਿ ਵੈਸਟ ਨੇ ਦੇ ਫੱਕ ਦੈਮਸੈਲਵਸ ਅਪ ਸਮਹਾਓ, ਜਿੱਦਾਂ ਵੈਕਸੀਨਾਂ ਕਰਕੇ ਜਾਂ ਵੈਸਟ ਦੇ ਲੋਕ ਆਪਣੀਆਂ ਸਰਕਾਰਾਂ ਦੇ ਬਹੁਤ ਜ਼ਿਆਦਾ ਅਗੇਂਸਟ ਨੇ। ਅਤੇ ਜੋ ਵੀ ਸਟਰਗਲਸ ਚੱਲਦੀਆਂ ਪਈਆਂ ਨੇ ਵੈਸਟ ਦੇ ਵਿੱਚ ਅਗੇਂਸਟ ਚਾਈਨਾ ਕਹਿ ਲਈਏ ਜਾਂ ਰਸ਼ੀਆ ਕਹਿ ਲਈਏ, ਯੂਕਰੇਨ ਕਹਿ ਲਈਏ, ਜੋ ਵੀ ਚੀਜ਼ਾਂ ਹੁੰਦੀਆਂ ਪਈਆਂ ਨਾ ਕਿਤੇ ਨਾ ਕਿਤੇ ਉਹ ਬੈਨੀਫਿਸ਼ੀਅਲ ਨੇ ਇੰਡੀਆ ਵਾਸਤੇ। ਇੰਡੀਆ ਇੱਕ ਤਗੜੀ ਮਾਰਕੀਟ ਉੱਭਰ ਕੇ ਨਿਕਲਦਾ ਪਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੋਦੀ ਸਰਕਾਰ ਨੇ ਬਹੁਤ ਚੀਜ਼ਾਂ ਇਹ ਕੀਤੀਆਂ, ਇੱਕ ਸਿਚੁਏਸ਼ਨ ਇੱਦਾਂ ਦੀ ਪੂਰੀ ਦੁਨੀਆ ਦੇ ਵਿੱਚ ਬਣੀ ਕਿ ਇੰਡੀਆ ਆਟੋਮੈਟਿਕਲੀ ਉੱਦਾਂ ਦੀ ਪੋਜੀਸ਼ਨ ਦੇ ਵਿੱਚ ਆ ਗਿਆ। ਅਤੇ ਇੰਡੀਆ ਇਸ ਲਈ ਵੀ ਅੱਗੇ ਵੱਧਦਾ ਪਿਆ ਕਿ ਕਿਤੇ ਨਾ ਕਿਤੇ ਆਪਾਂ ਸੈਲਫ ਸਸਟੇਨ ਆ, ਆਪਾਂ ਕਿਸੇ ਕੰਟਰੀ ਦੇ ਉੱਤੇ ਇੰਨਾ ਜ਼ਿਆਦਾ ਹੈਵੀਲੀ ਰਿਲਾਈ ਨਹੀਂ ਕਰਦੇ। ਜਿੱਦਾਂ ਆਪਾਂ ਅਮਰੀਕਾ ਦੀ ਗੱਲ ਕਰੀਏ ਨਾ, ਕਿ ਕੋਵਿਡ ਦੇ ਟਾਈਮ ਅਮਰੀਕਾ ਨਹੀਂ, ਇਹ ਜਿਹੜੀਆਂ ਵੈਸਟ ਕੰਟਰੀਆਂ ਨੇ, ਕੋਵਿਡ ਦੇ ਟਾਈਮ ਫ੍ਰੀ ਚੀਜ਼ਾਂ ਦੇ ਆਪਾਂ ਇੰਨੇ ਜ਼ਿਆਦਾ ਰਿਲਾਏ ਹੋ ਗਏ ਨਾ, ਫ੍ਰੀ ਅਤੇ ਸਸਤੀਆਂ, ਸਰਕਾਰ ਨੇ ਫ੍ਰੀ ਪੈਸੇ ਦਿੱਤੇ, ਫਿਰ ਚਾਈਨਾ ਤੋਂ ਜਿੰਨੀ ਸਸਤੀ ਚੀਜ਼ ਆਉਂਦੀ ਸੀ ਆਉਣ ਦੇ ਇੰਨੇ ਜ਼ਿਆਦਾ ਰਿਲਾਏ ਹੋ ਗਏ ਕਿ ਵੀ ਜਸਟ ਫੱਕਡ ਅਸੈਲਵਸ ਅਪ ਕਾਈਂਡ ਆਫ। ਅਤੇ ਉੱਥੇ ਫਿਰ ਆਉਂਦਾ ਇੰਡੀਆ। ਹੁਣ ਜਿੱਦਾਂ ਕੋਲਡ ਵਾਰ ਚੱਲਣ ਦੀ ਚਾਈਨਾ ਬਿਟਵੀਨ ਅਮੈਰੀਕਾ ਜਾਂ ਵੈਸਟ ਦੀਆਂ ਕੰਟਰੀਆਂ, ਉਹਦੇ ਵਿੱਚ ਆਈ ਥਿੰਕ ਇੰਡੀਆ ਬੈਨੀਫਿਟ ਲਏਗਾ। ਅਤੇ ਜਿੱਦਾਂ ਹੁਣ ਇੰਡੀਆ ਬਿਲਕੁਲ ਸੈਂਟਰ ਦੇ ਵਿੱਚ ਹੈ ਪੂਰੀ ਦੁਨੀਆ ਦੇ ਲਈ, ਠੀਕ ਹੈ, ਹਰੇਕ ਕਮਿਊਨੀਕੇਸ਼ਨ ਇੰਡੀਆ ਦੇ ਥਰੂ ਕਾਈਂਡ ਆਫ ਹੁੰਦਾ ਪਿਆ। G20 ਦੇ ਵਿੱਚ ਥੋੜ੍ਹਾ ਐਸਟੈਬਲਿਸ਼ ਹੋਇਆ। ਫਿਰ ਜੋ ਬ੍ਰਿਕ ਨੇਸ਼ਨਸ ਨੇ ਇਹ ਆਪਣਾ ਇੱਕ ਡਾਲਰ ਬਣਾਉਣ ਦੀ ਵੀ ਗੱਲ ਕਰਦੇ ਪਏ ਨੇ, ਜੋ G20 ਤੋਂ ਪਹਿਲੋਂ ਚੀਜ਼ਾਂ ਹੋ ਰਹੀਆਂ ਸੀ ਕਿ ਸਾਡਾ ਆਪਣਾ ਡਾਲਰ ਅਮਰੀਕੀ ਡਾਲਰ ਦੇ ਅਗੇਂਸਟ ਕਾਈਂਡ ਆਫ ਇੱਕ ਕਰੰਸੀ ਹੋਏਗੀ, ਜੋ ਬ੍ਰਿਕ ਨੇਸ਼ਨ ਸੋਚਦੀ ਪਈ ਹੈ। ਅਤੇ ਉਹ ਚੀਜ਼ ਸੁਣਨ ਨੂੰ ਵੀ ਬੜੀ ਐਕਸਾਈਟਮੈਂਟ ਰਹੀ, ਪਰ ਅਤੇ ਐਕਸਾਈਟਡ ਵੀ ਮੈਂ ਰਿਹਾ ਕਿ ਇੰਡੀਆ ਕਿੱਦਾਂ ਉੱਪਰ ਰਹਿੰਦਾ। ਅਤੇ ਇੱਕ ਹੋਰ ਚੀਜ਼ ਮੈਂ ਨੋਟਿਸ ਕੀਤੀ ਥੋੜ੍ਹਾ ਟੋਪਿਕ ਤੋਂ ਇੱਧਰ, ਕਿ ਅਗਰ ਤੁਸੀਂ ਮੋਦੀ ਦੀ ਲੁੱਕ ਦੇਖੋ, ਕੁਛ ਸਮੇਂ ਪਹਿਲਾਂ ਨਾ ਮੈਂ ਇੱਕ ਇੰਟਰਵਿਊ ਸੁਣਦਾ ਪਿਆ ਸੀ, ਜਦੋਂ ਮੋਦੀ ਨਾ ਗੁਜਰਾਤ ਦਾ CM ਸੀ, ਉਦੋਂ ਦੀ ਲੁੱਕ ਅਤੇ ਹੁਣ ਦੀ ਲੁੱਕ, ਉਦੋਂ ਨਾ ਬਿਲਕੁਲ ਗੁੰਡਾ ਟਾਈਪ ਲੱਗਦਾ ਸੀ ਅਗਰ ਪੁਰਾਣੇ ਇੰਟਰਵਿਊ 'ਤੇ ਦੇਖਿਓ। ਅਤੇ ਹੁਣ ਬੜੀ ਨਾ ਇਹਦੀ ਲੁੱਕ ਬੜੀ ਸੂਦਿੰਗ ਜੀ ਹੈ, ਕਿ ਬਾਪੂ ਵਰਗਾ ਚਿੱਟੀ ਦਾੜੀ, ਅਤੇ ਇੱਦਾਂ ਲੱਗਦਾ ਕਿ ਯਾਰ ਕਿੰਨਾ ਕਾਮ ਜਾਂ ਵਗੈਰਾ ਵਗੈਰਾ ਇਹ ਲੀਡਰ ਹੈ। ਬਟ ਮੈਂ ਸੋਚਦਾ ਕਿ ਕਿੰਨੇ ਲੋਕ ਇਹਦੇ ਉੱਤੇ ਕੰਮ ਕਰਦੇ ਹੋਣਗੇ, ਇਹਦੀ ਲੁੱਕ ਦੇ ਉੱਤੇ ਕੰਮ ਕਰਦੇ ਹੋਣਗੇ। ਅਤੇ ਉਹੀ ਅੱਜ ਦਾ ਆਪਣਾ ਟੋਪਿਕ ਹੈ ਕਾਈਂਡ ਆਫ ਲੁੱਕ ਕਹਿ ਲਈਏ, ਕਿਉਂਕਿ ਇੰਸਟਾਗ੍ਰਾਮ ਦੇ ਉੱਤੇ ਨਾ ਇੱਕ ਵੀਰ ਨਾਲ ਗੱਲ ਹੁੰਦੀ ਪਈ ਸੀ, ਅਤੇ ਗੱਲ ਬੜੀ ਲੰਬੀ ਹੋਈ। ਅਤੇ ਮੇਨ ਜਦੋਂ ਇਨੀਸ਼ੀਅਲੀ ਗੱਲ ਸਾਡੀ ਹੋਣੀ ਸ਼ੁਰੂ ਹੋਈ, ਅਤੇ ਉਹਨਾਂ ਨੇ ਕਿਹਾ ਕਿ ਭਾਅ ਜੀ ਹਾਈਟ ਮੇਰੀ ਇੰਨੀ ਲੰਬੀ ਨਹੀਂ, ਅਤੇ ਬਹੁਤ ਜ਼ਿਆਦਾ ਇਨਸਿਕਿਉਰ ਰਹਿੰਦਾ ਵਾਂ ਜਦੋਂ ਮੇਰੀ ਹਾਈਟ 'ਤੇ ਗੱਲ ਆਉਂਦੀ ਹੈ, ਜਾਂ ਮੈਨੂੰ ਇੱਕ ਪਾਰਟਨਰ ਸੀਕ ਕਰਨਾ ਪੈਂਦਾ, ਜਾਂ ਡੇਟਿੰਗ ਦੀ ਗੱਲ ਆਉਂਦੀ ਹੈ, ਕਿਉਂਕਿ ਇੰਨਾ ਲੰਬਾ ਮੈਂ ਨਹੀਂ, ਮੈਂ ਚਾਹੁੰਦਾ ਸੀ ਮੈਂ 6 ਫੁੱਟ ਦਾ ਹੋਵਾਂ ਵਗੈਰਾ ਵਗੈਰਾ। ਅਤੇ ਇਸ ਲਈ ਹਾਈਟ ਕਾਰਨ ਇੰਨਾ ਕੌਨਫੀਡੈਂਸ ਮੇਰੇ ਕੋਲ ਨਹੀਂ ਹੁੰਦਾ। ਹੁਣ ਮੈਂ ਇੰਨਾ ਲੰਬਾ ਨਹੀਂ ਹਾਂ, ਮੈਂ 5'7", ਅਤੇ ਇੰਡੀਆ ਦੇ ਵਿੱਚ ਆਈ ਥਿੰਕ 5'5" ਜਾਂ 5'6" ਇੱਕ ਐਵਰੇਜ ਹਾਈਟ, ਅਤੇ 5'7" ਇੰਨਾ ਲੰਬਾ ਨਹੀਂ ਮੰਨਿਆ ਜਾਂਦਾ। ਅਤੇ ਕੁੜੀਆਂ ਦੀ ਜਦੋਂ ਆਪਾਂ ਗੱਲ ਕਰੀਏ, ਕੁੜੀਆਂ ਨੂੰ ਪੁੱਛੀਏ ਨਾ ਕਿੱਦਾਂ ਦਾ ਮੁੰਡਾ ਚਾਹੀਦਾ, ਅਤੇ ਕੁੜੀਆਂ ਨੂੰ ਹੁੰਦਾ ਕਿ ਟੌਲ, ਡਾਰਕ ਐਂਡ ਹੈਂਡਸਮ, ਅਤੇ ਟੌਲ ਬੀਨ ਨੰਬਰ 1, ਕਿ ਲੰਬਾ ਤਾਂ ਪਹਿਲੋਂ ਹੋਣਾ ਚਾਹੀਦਾ। ਅਤੇ ਮੈਂ ਆਪਣੀਆਂ ਫਰੈਂਡਸ ਵੀ ਦੇਖੀਆਂ ਨੇ, ਅਤੇ ਲੰਬਾ ਮੁੰਡਾ ਦੇਖ ਕੇ ਨਾ ਉਹਨਾਂ ਨੂੰ ਇੱਕ ਜਿੱਦਾਂ ਕਹਿ ਲਈਏ ਨਾ ਕਿ ਇੰਨੀ ਜ਼ਿਆਦਾ ਫੈਸੀਨੇਸ਼ਨ ਹੁੰਦੀ, ਭਾਵੇਂ ਮੁੰਡਾ ਹੈਂਡਸਮ ਹੋਵੇ ਜਾਂ ਨਹੀਂ ਹੋਵੇ, ਲੰਬਾਈ ਉਹਨਾਂ ਵਾਸਤੇ ਬੜੀ ਇੰਪੋਰਟੈਂਟ ਕਹਿ ਲਈਏ, ਜਾਂ ਲੰਬਾਈ ਉਹਨਾਂ ਵਾਸਤੇ ਬੜੀ ਫੈਸੀਨੇਟਿੰਗ, ਗ੍ਰੈਵੀਟੇਟਿੰਗ ਹੁੰਦੀ ਹੈ ਕਿ ਯਾਰ ਲੰਬਾ ਮੁੰਡਾ। ਚਲੋ ਇਹ ਕੁੜੀਆਂ ਦੀ ਗੱਲ ਹੈ। ਅਤੇ ਮੁੰਡਿਆਂ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਨੇ, ਜਦੋਂ ਕੁੜੀਆਂ ਨੂੰ ਉਹ ਦੇਖਦੇ ਨੇ, ਬਿਗ ਬਟਸ ਬੀਨ 1 ਅਤੇ ਬਿਗ ਬੂਬਸ ਬੀਨ 2। ਮੁੰਡਿਆਂ ਵਾਸਤੇ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ। ਅਤੇ ਮੈਂ ਸੋਚਦਾ ਕਿ ਇੱਦਾਂ ਕੁੜੀਆਂ ਕਿਉਂ ਫੀਲ ਕਰਦੀਆਂ ਕਿ ਮੁੰਡੇ ਦਾ ਲੰਬਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਮੁੰਡਿਆਂ ਦਾ ਸੇਮ, ਕਿ ਮੁੰਡੇ ਕਿਉਂ ਚਾਹੁੰਦੇ ਨੇ ਕਿ ਕੁੜੀ ਬੜੀ ਕਰਵੀ ਹੋਵੇ। ਹੁਣ ਇਹਦੇ ਬਾਰੇ ਮੈਂ ਪੜ੍ਹਦਾ ਪਿਆ ਸੀ, ਹੰਟਰ ਗੈਦਰਰ ਹਾਈਪੋਥੇਸਿਸ ਕਾਈਂਡ ਆਫ, ਕਿ ਇਹ ਆਪਣੇ DNA ਦੇ ਵਿੱਚ ਰਚਿਆ ਹੋਇਆ, ਆਪਾਂ ਹੈਲਪ ਨਹੀਂ ਕਰ ਸਕਦੇ ਇਹ ਚੀਜ਼ਾਂ। ਹੁਣ ਦਿਮਾਗ ਆਪਣਾ ਹਜੇ ਵੀ ਰਹਿੰਦਾ ਪਿਆ ਜੰਗਲਾਂ ਦੇ ਵਿੱਚ। ਇਹ ਚੀਜ਼ ਮੈਂ ਬਹੁਤ ਵਾਰ ਮੈਂਸ਼ਨ ਕੀਤੀ ਹੈ ਪਹਿਲੋਂ ਵੀ, ਕਿ ਦਿਮਾਗ ਨੂੰ ਹਜੇ ਇੰਨਾ ਨਹੀਂ ਪਤਾ ਆਪਾਂ ਨੂੰ ਲੱਗਾ, ਕਿਉਂਕਿ ਟੈਕਨੋਲੋਜੀ ਜਾਂ ਆਪਣਾ ਐਵੋਲਿਊਸ਼ਨ ਇੰਨੀ ਤੇਜ਼ੀ ਨਾਲ ਹੋਇਆ ਨਾ,
ਦਿਮਾਗ ਨੂੰ ਨਹੀਂ ਪਤਾ ਕਿ ਯਾਰ ਲਾਈਫ ਇੰਨੀ ਵਧੀਆ ਹੋ ਚੁੱਕੀ ਹੈ। ਦਿਮਾਗ ਹਜੇ ਵੀ ਜੰਗਲ ਦੇ ਵਿੱਚ ਰਹਿੰਦਾ ਪਿਆ। ਜਿੱਦਾਂ ਕਿ ਨਾ ਲੇਜ਼ੀ ਹੋਣਾ, ਕਿ ਬੰਦਾ ਲੇਜ਼ੀ ਕਿਉਂ ਹੈ, ਜਾਂ ਬੰਦਾ ਇੰਨਾ ਜ਼ਿਆਦਾ ਖਾਣਾ ਕਿੱਦਾਂ ਖਾ ਲੈਂਦਾ। ਪਹਿਲੀ ਗੱਲ ਲੇਜ਼ੀ ਹੋਣਾ। ਦਿਮਾਗ ਕਹਿੰਦਾ ਕਿ ਜਿੱਥੇ ਵੀ ਤੁਸੀਂ ਐਨਰਜੀ ਸੇਵ ਕਰ ਸਕਦੇ ਹੋ ਨਾ, ਉੱਥੇ ਤੁਸੀਂ ਐਨਰਜੀ ਸੇਵ ਕਰੋ, ਕਿਉਂਕਿ ਪਤਾ ਨਹੀਂ ਕਦੋਂ ਭੱਜਣਾ ਪੈ ਜਾਵੇ, ਪਤਾ ਨਹੀਂ ਕਦੋਂ ਸ਼ੇਰ ਆਪਣੇ ਪਿੱਛੇ ਲੱਗ ਜਾਵੇ, ਪਤਾ ਨਹੀਂ ਕਦੋਂ ਆਪਾਂ ਨੂੰ ਸ਼ਿਕਾਰ ਕਰਨਾ ਪੈ ਜਾਵੇ। ਤੇ ਜਿੱਥੇ ਵੀ ਤੁਸੀਂ ਰੈਸਟ ਕਰ ਸਕੋ ਰੈਸਟ ਕਰੋ। ਤੇ ਹੁਣ ਆਪਾਂ ਨੂੰ ਰੈਸਟ ਕਰਨ ਦੇ ਇੰਨੇ ਜ਼ਿਆਦਾ ਚਾਂਸਿਸ ਮਿਲਦੇ ਨੇ ਕਿ ਆਪਾਂ ਰੈਸਟ ਹੀ ਕਰਦੇ ਰਹਿੰਦੇ ਹਾਂ। ਠੀਕ ਹੈ, ਅਗੇਨ ਜਿੱਦਾਂ ਮੈਂ ਕਿਹਾ ਕਿ ਦਿਮਾਗ ਨੂੰ ਨਹੀਂ ਪਤਾ ਕਿ ਬਾਹਰ ਸੁਪਰ ਮਾਰਕੀਟਾਂ ਬਣ ਗਈਆਂ ਖਾਣੇ ਦੀਆਂ। ਦਿਮਾਗ ਨੂੰ ਨਹੀਂ ਪਤਾ ਆਪਾਂ ਇੰਨੇ ਤਗੜੇ ਘਰ ਬਣਾ ਲਏ ਨੇ, ਇੰਨੇ ਸਿਕਿਉਰ ਘਰ ਬਣਾ ਲਏ ਨੇ, ਇੰਨੀਆਂ ਗੱਡੀਆਂ ਆਪਣੇ ਕੋਲ, ਸਕੂਟਰ ਸਾਈਕਲ ਆ ਗਏ ਨੇ। ਦਿਮਾਗ ਨੂੰ ਨਹੀਂ ਪਤਾ। ਦਿਮਾਗ ਹਜੇ ਵੀ ਉਹੀ DNA ਦੇ ਉੱਤੇ ਰਨ ਕਰਦਾ ਪਿਆ ਕਿ ਪਤਾ ਨਹੀਂ ਕਦੋਂ ਭੱਜਣਾ ਪੈ ਜਾਵੇ। ਜਿੰਨਾ ਵੀ ਤੁਸੀਂ ਲੇਜ਼ੀ ਹੋ ਸਕਦੇ ਹੋ, ਜਦੋਂ ਵੀ ਤੁਸੀਂ ਲੇਜ਼ੀ ਹੋ ਸਕਦੇ ਹੋ, ਲੇਜ਼ੀ ਹੋਵੋ। ਨੰਬਰ 1। ਦੂਜਾ ਨੰਬਰ, ਦਿਮਾਗ ਨੂੰ ਨਹੀਂ ਪਤਾ ਕਿ ਖਾਣਾ ਅਵੇਲੇਬਲ ਹੈ ਜਦੋਂ ਵੀ ਤੁਸੀਂ ਚਾਹੋ। ਹੁਣ ਓਬੇਸਿਟੀ ਦਾ ਇੱਕ ਕ੍ਰਾਈਸਿਸ ਆਇਆ ਪਿਆ ਕਿ ਲੋਕੀ ਬਹੁਤ ਜ਼ਿਆਦਾ ਖਾਣਾ ਖਾਂਦੇ ਨੇ, ਤੇ ਆਪਣੇ ਆਪ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਡਾਈਟ ਤੇ ਜਾਂਦੇ ਹਾਂ। ਦਿਮਾਗ ਨਹੀਂ ਚਾਹੁੰਦਾ ਕਿ ਡਾਈਟ ਤੇ ਤੁਸੀਂ ਜਾਵੋ। ਦਿਮਾਗ ਕਹਿੰਦਾ ਹੈ ਕਿ ਜਿੰਨਾ ਵੀ ਤੁਸੀਂ ਖਾ ਸਕਦੇ ਹੋ ਖਾਓ, ਕਿਉਂਕਿ ਪਤਾ ਨਹੀਂ ਅਗਲਾ ਖਾਣਾ ਕਦੋਂ ਮਿਲੇ, ਅਗਲੀ ਮੀਲ ਕਦੋਂ ਮਿਲੇ। ਸ਼ਿਕਾਰ ਮਿਲ ਵੀ ਸਕਦਾ ਤੇ ਸ਼ਿਕਾਰ ਨਹੀਂ ਵੀ ਮਿਲ ਸਕਦਾ। ਜਦੋਂ ਵੀ ਖਾਣੇ ਦੀ ਓਪਰਚੁਨਿਟੀ ਆਉਂਦੀ ਹੈ, ਖਾਓ, ਤੇ ਜਿੰਨਾ ਆਪਾਂ ਭਰ ਸਕਦੇ ਹਾਂ ਨਾ ਆਪਣਾ ਢਿੱਡ ਭਰੋ। ਫੈਟ ਹੋਣਾ, ਮੋਟੇ ਹੋਣਾ, ਇਹ ਕਿਤੇ ਨਾ ਕਿਤੇ ਇਹ ਆਪਣਾ ਫੀਚਰ, ਇੱਕ ਵਧੀਆ ਫੀਚਰ ਹੋਇਆ ਕਰਦਾ ਸੀ ਕਿ ਠੀਕ ਹੈ, ਆਪਣੀ ਬੋਡੀ ਦੇ ਵਿੱਚ ਜਿੰਨੀ ਫੈਟ ਤੁਸੀਂ ਸਟੋਰ ਕਰ ਸਕਦੇ ਹੋ ਸਟੋਰ ਕਰੋ, ਤਾਂ ਕਿ ਜਦੋਂ ਆਪਾਂ ਨੂੰ ਖਾਣਾ ਨਾ ਮਿਲਿਆ ਉਦੋਂ ਆਪਾਂ ਸਰਵਾਈਵ ਕਰ ਸਕੀਏ। ਬਟ ਮਾਡਰਨ ਟਾਈਮ ਦੇ ਵਿੱਚ ਉਹ ਚੀਜ਼ ਅਲੱਗ ਹੈ। ਹੁਣ ਆਪਣੇ ਕੋਲ ਖਾਣਾ ਅਵੇਲੇਬਲ ਹੈ ਹਰੇਕ ਜਗ੍ਹਾ। ਠੀਕ ਹੈ, ਦਿਹਾੜੀ ਦੇ ਵਿੱਚ ਆਪਾਂ 4 ਜਾਂ 5 ਵਾਰੀ ਖਾਣਾ ਖਾਂਦੇ ਹਾਂ, ਜ਼ਾਇਕੇਦਾਰ ਖਾਣਾ ਖਾਂਦੇ ਹਾਂ, ਜੋ ਇੱਕ ਮਾੜੀ ਚੀਜ਼ ਹੋ ਗਈ। ਦਿਮਾਗ ਬੀਨ ਉਹੀ ਸੌਫਟਵੇਅਰ ਆਪਣਾ ਰਨ ਕਰਦਾ ਪਿਆ, ਦਿਮਾਗ ਜੋ ਕੁਛ ਹਜ਼ਾਰਾਂ ਸਾਲ ਪਹਿਲਾਂ ਰਨ ਕਰਦਾ ਸੀ। ਹੁਣ ਆਉਂਦੇ ਆਪਾਂ ਹਾਈਟ ਦੇ ਉੱਤੇ। ਹਾਈਟ ਵੀ ਇੱਕ ਇੱਦਾਂ ਦੀ ਹੀ ਚੀਜ਼ ਹੈ ਕਿ ਜਦੋਂ ਲੰਬਾ ਬੰਦਾ ਕੋਈ ਕੁੜੀ ਦੇਖਦੀ ਹੈ, ਜਾਂ ਲੰਬਾ ਬੰਦਾ, ਆਪਾਂ ਨੋਰਮਲ ਲਾਈਫ ਦੇ ਜਨਰਲੀ ਮੁੰਡੇ ਹੋਣ ਜਾਂ ਕੁੜੀ ਹੋਣ, ਜਦੋਂ ਕਿ ਲੰਬੇ ਬੰਦੇ ਨੂੰ ਦੇਖਦੇ ਹਾਂ ਨਾ, ਆਪਾਂ ਆਟੋਮੈਟਿਕਲੀ ਇੱਕ ਕਾਈਂਡ ਆਫ ਗ੍ਰੈਵੀਟੇਸ਼ਨ ਹੁੰਦੀ ਹੈ ਉਹ ਬੰਦੇ ਵੱਲ, ਅਟਰੈਕਸ਼ਨ ਹੁੰਦੀ ਹੈ ਕਿ ਯਾਰ ਇੱਕ ਵਧੀਆ ਇੱਕ ਲੀਡਰ ਕਹਿ ਲਈਏ, ਜਾਂ ਟਰਾਈਬਲ ਲੀਡਰ ਇਹ ਹੋ ਸਕਦਾ। ਕਿਉਂਕਿ ਅਗਰ ਲੰਬਾ ਬੰਦਾ ਹੈ ਨਾ, ਪੁਰਾਣੇ ਸਮੇਂ ਦੇ ਵਿੱਚ ਜਦੋਂ ਲੀਡਰ ਹੋਇਆ ਕਰਦੇ ਸੀ, ਫਿਰ ਲੀਡਰਾਂ ਦੀ ਫੈਮਿਲੀ ਦੇ ਵਿੱਚੋਂ ਜੋ ਉਹਨਾਂ ਦੇ ਬੱਚੇ ਹੋਣੇ ਉਹੀ ਫਿਰ ਅੱਗੇ ਲੀਡਰ ਬਣਨੇ। ਫੈਮਿਲੀ ਕਾਈਂਡ ਆਫ ਹੁੰਦੇ ਸੀ ਲੀਡਰਾਂ ਦੇ। ਤੇ ਉਦੋਂ ਕੀ ਹੁੰਦਾ ਸੀ ਕਿ ਲੀਡਰਾਂ ਨੂੰ ਪਹਿਲੋਂ ਖਾਣਾ ਮਿਲਦਾ ਸੀ, ਸਭ ਤੋਂ ਜ਼ਿਆਦਾ ਖਾਣਾ ਉਹਨਾਂ ਨੂੰ ਮਿਲਣਾ, ਉਹਨਾਂ ਨੇ ਪਹਿਲੋਂ ਖਾਣਾ, ਫਿਰ ਬਾਕੀ ਜਨਤਾ ਨੂੰ ਖਾਣਾ ਮਿਲਣਾ ਜੰਗਲਾਂ ਦੇ ਵਿੱਚ। ਤੇ ਜੋ ਵੈਲ ਫੈਡ ਸੀ, ਜਿਨ੍ਹਾਂ ਨੂੰ ਪ੍ਰੋਪਰਲੀ ਖਾਣਾ ਮਿਲਦਾ ਸੀ, ਮਾਲ ਨਿਊਟ੍ਰੀਸ਼ਨ ਉਹਨਾਂ ਨੂੰ ਕਦੀ ਨਹੀਂ ਹੋਈ, ਤੇ ਉਹ ਲੰਬੇ ਹੋਏ। ਤੇ ਇਹਦੇ ਐਗਜ਼ਾਮਪਲ ਤੁਸੀਂ ਹੁਣ ਦੇਖ ਸਕਦੇ ਹੋ, ਅਗਰ ਤੁਸੀਂ ਵੈਸਟ ਨੂੰ ਤੇ ਈਸਟ ਦੇ ਨਾਲ ਰਲਾਵੋ, ਕਿ ਇੱਧਰ ਵੈਸਟ ਦੇ ਵਿੱਚ ਹਾਈਟ ਬੜੀ ਲੰਬੀ ਹੁੰਦੀ ਹੈ ਜਨਤਾ ਦੀ, ਰੀਜ਼ਨ ਬੀਨ ਕਿ ਖਾਣਾ ਉਹਨਾਂ ਨੂੰ ਪ੍ਰੋਪਰ ਮਿਲਦਾ ਸ਼ੁਰੂ ਤੋਂ ਹੀ। ਤੇ ਈਸਟ ਦੇ ਵਿੱਚ ਹਾਈਟ ਪ੍ਰੋਬਬਲੀ 5'5". ਅਗਰ ਤੁਸੀਂ ਨਾ ਈਸਟ ਏਸ਼ੀਅਨ ਕੰਟਰੀਜ਼ ਦੇਖੋ, ਉਹਨਾਂ ਦੇ ਵਿੱਚ ਲੋਕੀ ਹੋਰ ਛੋਟੇ ਰਹਿੰਦੇ ਨੇ, ਜਿੱਦਾਂ ਇੰਡੋਨੇਸ਼ੀਆ ਹੋ ਗਿਆ, ਫਿਲੀਪੀਨਸ ਹੋ ਗਿਆ, ਇੱਦਾਂ ਦੀਆਂ ਕੰਟਰੀਜ਼ ਦੇ ਵਿੱਚ ਹਾਈਟ ਹੋਰ ਵੀ ਛੋਟੀ ਰਹਿੰਦੀ ਹੈ। ਰੀਜ਼ਨ ਮੀਨਸ ਕਿ ਖਾਣਾ ਜਾਂ ਨਿਊਟ੍ਰੀਸ਼ਨ ਉਹਨਾਂ ਨਹੀਂ ਮਿਲਦਾ। ਹੁਣ ਜਿੱਦਾਂ ਮੈਂ ਕਿਹਾ ਕਿ ਲੰਬੇ ਬੰਦੇ ਨੂੰ ਜਦੋਂ ਕੋਈ ਕੁੜੀ ਦੇਖਦੀ ਜਾਂ ਮੁੰਡਾ ਵੀ ਆਪਾਂ ਦੇਖਦੇ ਹਾਂ ਨਾ, ਉਹਦੇ ਵੱਲ ਬਹੁਤ ਜ਼ਿਆਦਾ ਅਟਰੈਕਸ਼ਨ ਹੁੰਦੀ ਹੈ। ਰੀਜ਼ਨ ਬੀਨ ਕਿ ਇਹ ਕਿਸੇ ਕਮਿਊਨਿਟੀ ਦਾ ਲੀਡਰ ਹੋ ਸਕਦਾ। ਇੱਕ ਅਮਰੀਕਾ ਦੇ ਵਿੱਚ ਸਟੱਡੀ ਹੋਈ ਸੀ ਕਿ ਅਮਰੀਕਾ ਦੇ ਵਿੱਚ ਦੇਖਿਆ ਕਿ 6'6" ਕਿੰਨੀ ਜਨਤਾ ਹੈ ਪੂਰੀ ਅਮਰੀਕਾ ਦੇ ਵਿੱਚ, ਵੀ 3% ਜਨਤਾ ਜੋ 6'6" ਹਾਈਟ ਤੋਂ ਉੱਪਰ ਦੀ ਹੈ। ਤੇ ਅਮਰੀਕਾ ਦੀ ਕਿੰਨੀਆਂ ਕੰਪਨੀਆਂ ਨੇ ਜਿਨ੍ਹਾਂ ਦੇ CEOs, ਜਿਨ੍ਹਾਂ ਦੇ ਲੀਡਰ 6'6" ਤੋਂ ਉੱਪਰ ਨੇ, ਉਹ ਨੇ 30%। ਪੂਰੀ ਅਮਰੀਕਾ ਦੇ ਵਿੱਚ ਜੋ 30% ਬੰਦੇ ਨੇ ਉਹ 6'6" ਤੋਂ ਉੱਪਰ ਨੇ, ਤੇ ਉਹ 30% ਬਣੇ ਨੇ ਪੂਰੇ 3% ਹਾਈਟ ਦੇ ਵਿੱਚੋਂ। ਦੇਖੋ ਨੰਬਰ ਕਦੇ ਵੀ ਲਾਏ ਨਹੀਂ ਕਰਦੇ ਨਾ, ਕਿ ਹਾਈਟ ਕਿੰਨੀ ਜ਼ਿਆਦਾ ਸਬਕੌਂਸ਼ੀਅਸਲੀ ਆਪਾਂ ਭਾਵੇਂ ਐਕਟਿਵਲੀ ਸੀਕ ਨਾ ਕਰੀਏ, ਕਦੀ ਨਾ ਬਹੁਤ ਜ਼ਿਆਦਾ ਇੰਟੈਲੀਜੈਂਟ ਬੰਦਾ ਵੀ ਹੋਵੇ, ਆਪਣੇ ਸਾਹਮਣੇ ਗੱਲਬਾਤ ਕਰਦਾ ਹੋਏ ਨਾ, ਅਗਰ ਉਹ ਛੋਟੀ ਹਾਈਟ ਦਾ ਨਾ, ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਪਰ ਅਗਰ ਕੋਈ ਡਮ ਬੰਦਾ ਵੀ ਹੋਵੇ ਲੰਬੀ ਹਾਈਟ ਦਾ, ਤੇ ਉਹਨੂੰ ਹਰੇਕ ਬੰਦਾ ਸੀਰੀਅਸ ਲੈਂਦਾ, ਕਿਉਂਕਿ ਉਹ ਲੰਬਾ ਹੈ। ਹੁਣ ਇਹ ਚੀਜ਼ ਆਪਾਂ ਕੰਟਰੋਲ ਨਹੀਂ ਕਰਦੇ, ਇਹ ਦਿਮਾਗ ਦੇ ਦੁਆਰਾ ਕੰਟਰੋਲ ਹੁੰਦੀ ਹੈ। ਚਲੋ ਇਹ ਗੱਲ ਕਿ ਹਾਈਟ ਮੁੰਡਿਆਂ ਦੇ ਵਿੱਚ ਇਸ ਲਈ
ਇੰਪੋਰਟੈਂਸ ਬਹੁਤ ਰੱਖਦੀ ਹੈ, ਤਾਂ ਹੀ ਉਹ ਕੁੜੀਆਂ ਇੰਨੀ ਜਿਹੜੀਆਂ ਗ੍ਰੈਵੀਟੇਟ ਕਰਦੀਆਂ ਹਾਈਟ ਵਾਲੇ ਮੁੰਡੇ ਦੇ ਨਾਲ। ਹੁਣ ਕੁੜੀਆਂ ਵੱਲ ਗੱਲ ਕਰੀਏ ਕਿ ਕੁੜੀਆਂ ਉਹਨਾਂ ਦੇ ਫੀਚਰ ਇੰਨੇ ਕਿਉਂ ਮੈਟਰ ਕਰਦੇ ਨੇ, ਕਿ ਜਦੋਂ ਮੁੰਡੇ ਉਹਨਾਂ ਨੂੰ ਅਟਰੈਕਸ਼ਨ ਉਹ ਚਾਹੁੰਦੇ ਨੇ ਕੁੜੀ ਵੱਲ, ਉਹ ਕਿਉਂ ਇੱਦਾਂ ਦੀਆਂ ਚੀਜ਼ਾਂ ਦੇਖਦੇ ਨੇ ਕਿ ਬਿਗ ਬੂਬਸ ਜਾਂ ਬਿਗ ਬਟਸ। ਉਹ ਵੀ ਦਿਮਾਗ ਦੀ ਗੱਲ, ਕਿ ਦਿਮਾਗ ਨੂੰ ਨਹੀਂ ਪਤਾ, ਕਿਉਂਕਿ ਹੁਣ ਪਹਿਲੀ ਗੱਲ ਕਿ ਬਿਗ ਬੂਬਸ ਕਿਉਂ, ਰੀਜ਼ਨ ਮੀਨ ਕਿ ਕੀ ਇਹ ਕੁੜੀ ਮੇਰੇ ਬੱਚਿਆਂ ਨੂੰ ਫੀਡ ਕਰ ਪਾਏਗੀ। ਸੇਮ ਵਿਦ ਬਿਗ ਬਟਸ, ਕਿ ਕੀ ਜਿੰਨੇ ਬੱਚੇ ਮੈਂ ਚਾਹਾਂ ਕਿ ਇਹਦੀ ਬੋਡੀ ਹੈਂਡਲ ਕਰ ਪਾਏਗੀ ਬੱਚਿਆਂ ਨੂੰ ਬੇਅਰ ਕਰਨਾ। ਠੀਕ ਹੈ, ਹੁਣ ਪੁਰਾਣੇ ਟਾਈਮ 'ਤੇ ਬਹੁਤ ਜ਼ਿਆਦਾ ਬੱਚੇ ਕੀਤੇ ਜਾਂਦੇ ਸੀ ਕਿਉਂਕਿ ਬਿਮਾਰੀਆਂ ਇੰਨੀ ਜ਼ਿਆਦੀਆਂ ਸੀ, ਤੁਹਾਨੂੰ ਨਹੀਂ ਸੀ ਪਤਾ ਕਿ ਕਿੰਨੇ ਬੱਚੇ ਸਰਵਾਈਵ ਕਰਨਗੇ, ਕਿੰਨੇ ਬੱਚੇ ਨਹੀਂ ਸਰਵਾਈਵ, ਕਿੰਨੇ ਬਚਣਾ ਕਿੰਨੇ ਨਹੀਂ ਬਚਣਾ, ਯੂ ਡੋਂਟ ਨੋ। ਅਤੇ ਇਸ ਲਈ ਸਬਕੌਂਸ਼ੀਅਸਲੀ ਦਿਮਾਗ ਉਹ ਚੀਜ਼ਾਂ ਚਾਹੁੰਦਾ। ਹੁਣ ਦਿਮਾਗ ਨੂੰ ਇਹ ਨਹੀਂ ਪਤਾ ਕਿ ਯਾਰ ਬੱਚੇ ਤੋਂ ਹੁਣ ਤੂੰ ਇੱਕ ਹੀ ਕਰਨੇ ਆ ਸੋਸਾਇਟੀ ਦੇ ਵਿੱਚ ਜਾਂ ਦੋ ਹੀ ਕਰਨੇ ਨੇ। ਠੀਕ ਹੈ, ਅਤੇ ਮੇ ਬੀ ਬਿਗ ਬਟਸ ਆਰ ਨੋਟ ਰੀਲੀ ਇੰਪੋਰਟੈਂਟ। ਫਿਰ ਸੇਮ ਵਿਦ ਬਿਗ ਬੂਬਸ, ਰਾਈਟ, ਕਿ ਹੁਣ ਇੰਨੇ ਜ਼ਿਆਦਾ ਪ੍ਰੋਡਕਟ ਆ ਗਏ ਨੇ ਬੱਚਿਆਂ ਦੇ ਬਾਹਰ ਬਣੇ ਹੋਏ ਸੁਪਰ ਮਾਰਕੀਟ ਦੇ ਵਿੱਚ, ਕਿ ਮੇ ਬੀ ਇਟਸ ਨੋਟ ਰੀਲੀ ਇੰਪੋਰਟੈਂਟ ਕਿ ਸਿਰਫ ਅਗਰ ਤੁਹਾਡੇ 10 ਬੱਚੇ ਨੇ ਕਿ ਇੱਕ ਮਾਂ ਹੀ ਉਹ 10 ਬੱਚਿਆਂ ਨੂੰ ਬ੍ਰੈਸਟ ਫੀਡ ਕਰੇ। ਠੀਕ ਹੈ, ਉਹ ਵੀ ਕਾਈਂਡ ਆਫ ਇਰੈਲੇਵੈਂਟ ਹੋ ਗਿਆ, ਬਟ ਉਹ ਦਿਮਾਗ ਚੀਜ਼ ਉਹ ਨਹੀਂ ਦੇਖਦਾ, ਅਤੇ ਇਸ ਲਈ ਦਿਮਾਗ ਉਹ ਫੀਚਰਸ ਦੀ ਭਾਲ ਕਰਦਾ। ਅਤੇ ਹੁਣ ਇੱਕ ਕਾਈਂਡ ਆਫ ਡਾਊਨਫਾਲ ਇਹ ਏਜ ਦੇ ਵਿੱਚ, ਇਨਫੋਰਮੇਸ਼ਨ ਏਜ ਦੇ ਵਿੱਚ, ਇੱਕ ਲੰਬੀ ਹਾਈਟ ਦਾ ਹੋਣਾ ਜਾਂ ਕੁੜੀ ਵਾਸਤੇ ਇੱਕ ਕਰਵੀ ਬੋਡੀ ਦਾ ਹੋਣਾ, ਕਿਤੇ ਨਾ ਕਿਤੇ ਡਾਊਨਫਾਲ ਕਿਸੇ ਹੱਦ ਤੱਕ ਹੁੰਦੀ ਹੋਏਗੀ। ਹੁਣ ਮੁੰਡਾ ਕੋਈ ਵੀ ਚੀਜ਼ ਕਰਦਾ ਨਾ ਲਾਈਫ ਦੇ ਵਿੱਚ, ਉਹਦੇ ਲਈ ਸਭ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਉਹਨੂੰ ਮੇਟ ਵਧੀਆ ਮਿਲੇ, ਉਹਦੀ ਰਿਸਪੈਕਟ ਹੋਵੇ। ਠੀਕ ਹੈ, ਅਤੇ ਉਹ ਟਰਾਈਬਲ ਲੀਡਰ ਬਣੇ। ਮੁੰਡਾ ਹਰੇਕ ਚੀਜ਼ ਇਸੇ ਪੱਖੋਂ ਹੀ ਕਰਦਾ। ਅਤੇ ਜਦੋਂ ਕੋਈ ਵੀ ਮੁੰਡਾ ਲੰਬਾ ਹੋਵੇ, ਉਹਨੂੰ ਲਾਈਫ ਦੇ ਵਿੱਚ ਕਾਈਂਡ ਆਫ ਘੱਟ ਸਟਰਗਲ ਕਰਨਾ ਪੈਂਦਾ, ਕਿਉਂਕਿ ਉਹਨੂੰ ਆਟੋਮੈਟਿਕਲੀ ਪ੍ਰੈਫਰ ਕੀਤਾ ਜਾਂਦਾ ਬਹੁਤ ਚੀਜ਼ਾਂ ਵਾਸਤੇ, ਅਤੇ ਉਹਨੂੰ ਸ਼ਾਇਦ ਆਪਣੇ ਦੂਜੇ ਸਕਿੱਲ ਉੱਤੇ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਤੁਸੀਂ ਦੇਖੋਗੇ ਕਿ ਸ਼ਾਰਟ ਮੁੰਡੇ ਕਦੀ ਕਦੀ ਨਾ ਬਹੁਤ ਫਨੀ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਦੂਜਿਆਂ ਦੀ ਅਪਰੂਵਲ ਲੈਣ ਵਾਸਤੇ ਨਾ ਉਹ ਫਨੀ ਦੇ ਉੱਤੇ ਕੰਮ ਕਰਨਾ ਪੈਂਦਾ। ਠੀਕ ਹੈ, ਹਾਈਟ ਪੱਖੋਂ ਉਹਨਾਂ ਨੂੰ ਕੋਈ ਐਡਵਾਂਟੇਜ ਨਹੀਂ ਮਿਲੀ, ਬਟ ਉਹਨੂੰ ਕਵਰ ਅਪ ਕਰਨ ਵਾਸਤੇ ਉਹਨਾਂ ਨੂੰ ਜਾਂ ਤਾਂ ਫਨੀ ਹੋਣਾ ਪਏਗਾ, ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੰਟੈਲੀਜੈਂਟ ਹੋਣਾ ਪਏਗਾ, ਜਾਂ ਉਹਨਾਂ ਦਾ ਬੋਲਣ ਦਾ ਸਕਿੱਲ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ। ਠੀਕ ਹੈ, ਅਤੇ ਅਗਰ ਕੋਈ ਮੁੰਡਾ ਆਟੋਮੈਟਿਕਲੀ ਲੰਬਾ ਹੈ, ਉਹਨੂੰ ਨਾ ਹਮੇਸ਼ਾ ਪ੍ਰੈਫਰ ਕੀਤਾ ਜਾਂਦਾ ਆਟੋਮੈਟਿਕਲੀ, ਅਤੇ ਸ਼ਾਇਦ ਉਹ ਦੂਜੇ ਸਕਿੱਲਸ ਉੱਤੇ ਕੰਮ ਨਹੀਂ ਕਰਦਾ। ਇੱਕ ਚੀਜ਼ ਹੁਣ ਕੁੜੀਆਂ ਦੀ ਤੁਸੀਂ ਗੱਲ ਦੇਖੀਏ ਨਾ, ਕੁੜੀਆਂ ਨੂੰ ਦੇਖੋ ਕਿ ਸੋਹਣੀਆਂ ਕੁੜੀਆਂ ਲਈ ਨਾ ਆਟੋਮੈਟਿਕਲੀ ਕੰਮ ਹੁੰਦਾ ਹਰੇਕ ਚੀਜ਼ ਆਟੋਮੈਟਿਕ, ਕਿਉਂਕਿ ਮੁੰਡੇ ਆਸੇ ਪਾਸੇ ਇੰਨੇ ਜ਼ਿਆਦਾ ਸਮਿਟਨ ਹੁੰਦੇ ਨੇ ਨਾ ਕਿ ਉਹ ਮੁੰਡੇ ਆਟੋਮੈਟਿਕਲੀ ਉਹ ਕੁੜੀਆਂ ਨੂੰ ਟੈਨਸ਼ਨ ਦਿੰਦੇ ਨੇ, ਆਟੋਮੈਟਿਕਲੀ ਉਹ ਕੰਮ ਕਰਦੇ ਨੇ। ਅਤੇ ਜਿੱਦਾਂ ਕਹਿੰਦੇ ਨਾ ਕਿ ਇੱਕ ਕੋਟ ਬੜਾ ਫੇਮਸ ਮੈਂ ਸੁਣਿਆ ਸੀ ਕਿ ਬਿਊਟੀ ਇਜ਼ ਅ ਸ਼ਾਰਟ ਲਿਵਡ ਟਿਰਨੀ, ਕਿ ਬਿਊਟੀ ਇੱਕ ਇੱਦਾਂ ਦੀ ਚੀਜ਼ ਹੈ ਜੋ ਛੋਟੇ ਟਾਈਮ ਵਾਸਤੇ ਤੁਹਾਡੇ ਲਈ ਕੰਮ ਕਰੇਗੀ। ਮੁੰਡਿਆਂ ਦੇ ਵਿੱਚ ਉਹ ਬਿਊਟੀ ਵਾਲੀ ਚੀਜ਼ ਕਹਿ ਲਈਏ ਕਿ ਮੁੰਡੇ ਦਾ ਲੰਬਾ ਹੋਣਾ, ਅਤੇ ਕੁੜੀਆਂ ਦੇ ਵਿੱਚ ਉਹ ਕਹਿ ਲਈਏ ਕਿ ਉਹਨਾਂ ਦਾ ਫੇਸ ਸਿਮੈਟਰੀਕਲ ਹੋਣਾ ਜਾਂ ਉਹਨਾਂ ਦੇ ਕਰਵੀ ਫੀਚਰ ਹੋਣਾ, ਉਹ ਥੋੜ੍ਹੇ ਟਾਈਮ ਲਈ ਕੰਮ ਕਰਦੇ ਨੇ। ਓਵਰ ਦਾ ਟਾਈਮ, ਲੰਬੇ ਟਾਈਮ ਦੇ ਵਿੱਚ ਉਹਨਾਂ ਲਈ ਉਹ ਕਿਤੇ ਨਾ ਕਿਤੇ ਹਾਨੀਕਾਰਕ ਨੇ, ਕਿਉਂਕਿ ਉਹਨਾਂ ਨੂੰ ਦੂਜੇ ਸਕਿੱਲਸ ਦੇ ਉੱਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਹੁਣ ਇੱਕ ਵਰਡ ਹੈ ਬਿੰਬੋ, ਸ਼ਾਇਦ ਤੁਸੀਂ ਸੁਣਿਆ ਹੋਏਗਾ, ਅਤੇ ਬਿੰਬੋ ਵਰਡ ਕੀ ਕਹਿੰਦਾ ਕਿ ਬਹੁਤ ਸੋਹਣੀਆਂ ਕੁੜੀਆਂ ਜਿਨ੍ਹਾਂ ਦੇ ਵਿੱਚ ਦਿਮਾਗ ਨਹੀਂ ਹੁੰਦਾ, ਅਤੇ ਇੱਦਾਂ ਦੀਆਂ ਕੁੜੀਆਂ ਟਰਸਟ ਮੀ ਬਹੁਤ ਘੱਟ ਮਿਲਣਗੀਆਂ ਤੁਹਾਨੂੰ। ਸੌਰੀ ਮੈਂ ਓਫੈਂਡ ਨਹੀਂ ਕਿਸੇ ਨੂੰ ਕਰਨਾ ਚਾਹੁੰਦਾ, ਬਟ ਇਹ ਫੈਕਚੁਅਲੀ ਟਰੂ ਹੈ ਕਿ ਜਿਹਨੂੰ ਕਹਿੰਦੇ ਨੇ ਆਪਾਂ ਬਿਊਟੀ ਵਿਦ ਬ੍ਰੇਨਸ, ਬਹੁਤ ਘੱਟ ਹੁੰਦੀਆਂ ਜ਼ਰੂਰ ਨੇ, ਜੋ ਸੂਝਵਾਨ ਨੇ ਬਹੁਤ ਘੱਟ ਹੁੰਦੀਆਂ ਨੇ, ਕਿ ਉਹ ਕੁੜੀਆਂ ਜੋ ਬਹੁਤ ਸੋਹਣੀਆਂ ਹੋਣ ਉਹਨਾਂ ਲਈ ਚੀਜ਼ਾਂ ਆਟੋਮੈਟਿਕਲੀ ਹੁੰਦੀਆਂ। ਉਹ ਕਦੀ ਇਸ ਚੀਜ਼ ਵੱਲ ਧਿਆਨ ਦਿੰਦੀਆਂ ਹੀ ਨਹੀਂ ਕਿ ਉਹਨਾਂ ਨੂੰ ਕਿਸੇ ਸਕਿੱਲ ਦੇ ਉੱਤੇ ਕੰਮ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਵਧੀਆ ਮੇਡ ਮਿਲ ਸਕੇ। ਉਹਨਾਂ ਨੂੰ ਆਟੋਮੈਟਿਕਲੀ ਉਹ ਜੋ ਚਾਹੁੰਦੀਆਂ ਨੇ, ਠੀਕ ਹੈ, ਜਿੱਦਾਂ ਦਾ ਮੇਡ ਚਾਹੁੰਦੀਆਂ ਨੇ ਉਹਨਾਂ ਨੂੰ ਮਿਲ ਜਾਂਦਾ ਹੈ, ਕਿਉਂਕਿ ਮੁੰਡੇ ਐਕਚੁਅਲੀ ਸੋਹਣੀਆਂ ਕੁੜੀਆਂ ਦੇ ਉੱਤੇ ਉਹਨਾਂ ਦੇ ਆਸੇ ਪਾਸੇ ਇੰਨੇ ਸਮਾਰਟ ਨਹੀਂ ਰਹਿੰਦੇ। ਉਹਨਾਂ ਦਾ ਜੋ ਬਲੱਡ ਹੈ, ਮੁੰਡਿਆਂ ਦਾ ਐਕਚੁਅਲ ਬਲੱਡ ਹੈ, ਜਦੋਂ ਸੋਹਣੀ ਕੁੜੀ ਨੂੰ ਦੇਖਦੇ ਨੇ ਬ੍ਰੇਨ ਦੇ ਵਿੱਚੋਂ ਨਿਕਲ ਜਾਂਦਾ, ਕਿਤੇ ਹੋਰ ਚਲਾ ਜਾਂਦਾ, ਓਬਵੀਅਸਲੀ ਤੁਸੀਂ ਸਮਝਦੇ ਹੋਵੋਗੇ। ਅਤੇ ਇਸ ਲਈ ਬਿਊਟੀ ਇਜ਼ ਅ ਸ਼ਾਰਟ ਲਿਵਡ ਟਿਰਨੀ। ਅਤੇ ਹਾਈਟ ਅਗਰ ਮੈਂ ਮੁੰਡਿਆਂ ਦੀ ਗੱਲ ਕਰਾਂ, ਹਾਂ ਠੀਕ ਹੈ,
ਹਾਈਟ ਕਿਤੇ ਨਾ ਕਿਤੇ ਸਬਕੌਂਸ਼ੀਅਸਲੀ ਮੈਟਰ ਕਰਦੀ ਹੈ। ਬਟ ਅਗਰ ਤੁਸੀਂ ਹਿਸਟਰੀ ਦੇ ਵਿੱਚ ਦੇਖੋ ਨਾ, ਇੱਦਾਂ ਦੇ ਬਹੁਤ ਬੰਦੇ ਹੋਏ ਨੇ ਜੋ ਆਪਣੀ ਛੋਟੀ ਹਾਈਟ ਹੋਣ ਦੇ ਕਾਰਨ ਵੀ ਬਹੁਤ ਜ਼ਿਆਦਾ ਸਕਸੈਸਫੁਲ ਰਹੇ ਨੇ। ਨੈਪੋਲੀਅਨ ਕੰਪਲੈਕਸ ਦੀ ਤੁਸੀਂ ਗੱਲ ਸੁਣੀ ਹੋਏਗੀ ਕਿ ਛੋਟੇ ਬੰਦੇ ਹਾਈਟ ਵਾਲੇ, ਜਿੱਦਾਂ ਮੈਂ ਗੱਲ ਕਿਹਾ ਨਾ, ਉਹਨਾਂ ਨੂੰ ਦੂਜੇ ਸਕਿੱਲ ਦੇ ਉੱਤੇ ਕੰਮ ਕਰਨ ਦਾ ਮੌਕਾ ਮਿਲਦਾ। ਹੁਣ ਜਦੋਂ ਆਪਾਂ ਨੈਪੋਲੀਅਨ ਦੀ ਹੀ ਗੱਲ ਕਰੀਏ, ਆਈ ਥਿੰਕ ਉਹ 5'6" ਜਾਂ 5'7" ਹਾਈਟ ਦਾ ਸੀ, ਉਹ ਇੰਨਾ ਜ਼ਿਆਦਾ ਲੰਬਾ ਨਹੀਂ ਸੀ। ਅਤੇ ਇਸੇ ਛੋਟੀ ਹਾਈਟ ਕਾਰਨ ਉਹਨੇ ਬਹੁਤ ਜ਼ਿਆਦਾ ਆਪਣੇ ਉੱਤੇ ਕੰਮ ਕੀਤਾ ਅਤੇ ਆਪਣੀ ਆਈ ਥਿੰਕ ਉਹ ਐਜ਼ ਅ ਸੋਲਜਰ ਭਰਤੀ ਹੋਇਆ ਸੀ ਫਰਾਂਸ ਦੀ ਸੈਨਾ ਦੇ ਵਿੱਚ, ਅਤੇ ਉਹਨੇ ਆਪਣੀ ਪੋਜੀਸ਼ਨ ਜਨਰਲ ਤੱਕ ਬਣਾਈ ਅਤੇ ਜਨਰਲ ਤੋਂ ਬਾਅਦ ਉਹ ਐਂਪਰਰ ਬਣਿਆ। ਅਤੇ ਸਿਰਫ ਛੋਟੀ ਹਾਈਟ ਕਿਤੇ ਨਾ ਕਿਤੇ ਕਿ ਆਪਾਂ ਕਹਿ ਲਈਏ ਛੋਟੀ ਹਾਈਟ ਕਾਰਨ ਉਹਦੇ ਅੰਦਰ ਉਹ ਡਰਾਈਵ ਸੀ ਕਿ ਯਾਰ ਮੈਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਪ੍ਰੂਵ ਕਰਨਾ। ਅਤੇ ਫਰਾਂਸ ਦੇ ਵਿੱਚ ਉਹਨੇ ਬਹੁਤ ਵਧੀਆ ਤਰੀਕੇ ਦੇ ਵੀ ਕੰਮ ਕੀਤੇ, ਮਾੜੇ ਤਰੀਕੇ ਦੇ ਵੀ ਕੰਮ ਕੀਤੇ। ਬਟ ਮੇਰੇ ਕਹਿਣ ਦਾ ਭਾਵ ਕਿ ਛੋਟੀ ਹਾਈਟ ਨੇ ਉਹਨੂੰ ਰੋਕਿਆ ਨਹੀਂ, ਨੈਪੋਲੀਅਨ ਨੂੰ। ਫਿਰ ਸਿਕੰਦਰ ਦੀ ਗੱਲ ਕਰੀਏ, ਅਲੈਗਜ਼ੈਂਡਰ ਦੀ ਗੱਲ ਕਰੀਏ, ਉਹ ਵੀ ਮੰਨਿਆ ਗਿਆ ਕਿ 5'6" ਜਾਂ 5'7" ਹਾਈਟ ਦਾ ਹੋਏਗਾ, ਜ਼ਿਆਦਾ ਲੰਬਾ ਉਹ ਵੀ ਨਹੀਂ ਸੀ। ਅਤੇ ਪੂਰੀ ਦੁਨੀਆ ਦੇ ਵਿੱਚ ਉਹਨੇ ਕਾਇੰਡ ਆਫ ਬਾਰਡਰ ਖੋਲ੍ਹਤੇ, ਠੀਕ ਹੈ। ਪੂਰੀ ਦੁਨੀਆ ਨੂੰ ਕਿਤੇ ਨਾ ਕਿਤੇ ਉਹਨੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਰਾਜ ਦੇ ਅੰਦਰ, ਅਤੇ ਉਹਨੇ ਵੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਦਿੱਤਾ। ਫਿਰ ਚੰਗੇਜ਼ ਖਾਨ, ਠੀਕ ਹੈ, ਉਹ ਵੀ ਇੰਨੀ ਕੁ ਹੀ ਹਾਈਟ ਦਾ ਸੀ, 5'6" ਜਾਂ 5'7", ਅਤੇ ਚਲੋ ਇਹ ਚੰਗੀ ਗੱਲ ਤਾਂ ਨਹੀਂ, ਬਟ ਉਹਨੇ 10% ਦੁਨੀਆ ਦੀ ਪੋਪੂਲੇਸ਼ਨ ਖ਼ਤਮ ਕੀਤੀ। ਉਹਨੇ ਪੂਰਾ ਕਾਰਬਨ ਫੁੱਟਪ੍ਰਿੰਟ ਹੀ ਦੁਨੀਆ ਦਾ ਚੇਂਜ ਕਰਤਾ। ਅਤੇ ਮੇਰੇ ਕਹਿਣ ਦਾ ਭਾਵ ਇਹ ਕਿ ਹਾਈਟ ਦੇ ਛੋਟੀ ਹਾਈਟ ਕਾਰਨ ਤੁਹਾਡੇ ਅੰਦਰ ਕਿਤੇ ਨਾ ਕਿਤੇ ਨਾ ਇੱਕ ਅਲੱਗ ਡਰਾਈਵ ਆਉਂਦੀ ਹੈ, ਤੁਹਾਡੀ ਕਿਤੇ ਨਾ ਕਿਤੇ ਅਲੱਗ ਐਂਗਰ ਆਉਂਦਾ। ਨੈਪੋਲੀਅਨ ਕੰਪਲੈਕਸ ਜਿਹਨੂੰ ਆਪਾਂ ਕਹਿੰਦੇ ਹਾਂ। ਰੀਜ਼ਨ ਬੀਨ ਕਿ ਬੈਕ ਇਨ ਦਾ ਡੇਜ਼ ਜੰਗਲ ਦੇ ਵਿੱਚ ਅਗਰ ਤੁਹਾਡੀ ਛੋਟੀ ਹਾਈਟ ਸੀ, ਤੁਹਾਨੂੰ ਆਪਣੇ ਰਿਸੋਰਸਿਸ ਵਾਸਤੇ ਫਾਈਟ ਕਰਨੀ ਪੈਂਦੀ ਸੀ, ਤੁਹਾਨੂੰ ਹਰੇਕ ਚੀਜ਼ ਬਣੀ ਬਣਾਈ ਨਹੀਂ ਸੀ ਮਿਲਦੀ। ਤੁਹਾਨੂੰ ਜਿੱਦਾਂ ਆਪਾਂ ਗੱਲ ਕੀਤੀ ਨਾ ਕਿ ਲੰਬੀ ਹਾਈਟ ਅਗਰ ਕੋਈ ਟਰਾਈਬਲ ਲੀਡਰ ਹੈ ਤਾਂ ਆਟੋਮੈਟਿਕਲੀ ਉਹਨੂੰ ਖਾਣਾ ਮਿਲਦਾ ਸੀ। ਛੋਟੀ ਹਾਈਟ ਵਾਲਿਆਂ ਵਾਸਤੇ ਉਹ ਕੇਸ ਨਹੀਂ ਸੀ, ਰਿਸੋਰਸਿਸ ਵਾਸਤੇ ਹਮੇਸ਼ਾ ਫਾਈਟ ਕਰਨਾ ਪੈਂਦਾ ਸੀ। ਅਤੇ ਉਹ ਐਂਗਰ ਕਿਤੇ ਨਾ ਕਿਤੇ ਤੁਹਾਡੀ ਇੱਕ ਐਡਵਾਂਟੇਜ ਬਣ ਜਾਂਦਾ ਅਗਰ ਤੁਹਾਡੀ ਹਾਈਟ ਛੋਟੀ ਹੈ ਤਾਂ। ਅਤੇ ਜਿੱਦਾਂ ਕੁੜੀਆਂ ਦੀ ਆਪਾਂ ਗੱਲ ਕਰੀਏ, ਬਿਊਟੀਫੁਲ ਹੋਣਾ ਕਿਤੇ ਨਾ ਕਿਤੇ ਡਿਸਐਡਵਾਂਟੇਜ ਵੀ ਹੋ ਸਕਦਾ ਹੈ। ਸੋਹਣਿਆਂ ਲੋਕਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿਹਨੂੰ ਟਰਸਟ ਕਰੀਏ, ਕਿਉਂਕਿ ਹਰੇਕ ਬੰਦਾ ਇੰਨਾ ਵਧੀਆ ਤਰੀਕੇ ਨਾਲ ਉਹਦੇ ਨਾਲ ਪੇਸ਼ ਆਉਂਦਾ। ਉਹਨਾਂ ਨੂੰ ਨਹੀਂ ਪਤਾ ਕਿ ਐਕਚੁਅਲੀ ਅਗਰ ਉਹਨੂੰ ਕੋਈ ਪਿਆਰ ਕਰਦਾ, ਕਿ ਐਕਚੁਅਲੀ ਪਿਆਰ ਕਰਦਾ ਹੈ ਜਾਂ ਸਿਰਫ ਉਹਨਾਂ ਦੇ ਸੋਹਣੇ ਹੋਣ ਕਾਰਨ ਹੀ ਉਹਨਾਂ ਦੇ ਵੱਲ ਅਟਰੈਕਟਿਵ ਹੈ। ਅਤੇ ਸੋਹਣੇ ਹੋਣ ਦੀ ਇੱਕ ਡਿਸਐਡਵਾਂਟੇਜ ਇਹ ਵੀ ਹੈ ਕਿ ਆਫਟਰ ਫਿਊ ਈਅਰਸ ਦ ਬਿਊਟੀ ਗੋਜ਼ ਅਵੇ। ਜਿੱਦਾਂ ਕੁੜੀਆਂ ਦੀ ਜੋ ਪੀਕ ਬਿਊਟੀ ਦੀ ਏਜ ਕਹਿ ਲਈਏ 20 ਤੋਂ 40 ਸਾਲ, 20 ਤੋਂ 40 ਸਾਲ ਦੇ ਵਿੱਚ ਬਿਲਕੁਲ ਪੀਕ 'ਤੇ ਆਪਣੀ ਬਿਊਟੀ 'ਤੇ ਚਲੀਆਂ ਜਾਂਦੀਆਂ ਨੇ। ਅਤੇ ਉਸੇ ਵਿੰਡੋ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਰਟਨਰ ਵੀ ਚੁਣਨਾ, ਠੀਕ ਹੈ, ਇੱਕ ਮੁੰਡਾ ਵੀ ਚੁਣਨਾ। ਹੁਣ ਮੁੰਡੇ ਨੇ ਇਮੈਜਿਨ ਕਰੋ ਕਿ ਮੁੰਡਾ ਇੰਨਾ ਜ਼ਿਆਦਾ ਸਮਿਟਨ ਹੋ ਗਿਆ ਕੁੜੀ ਦੇ ਉੱਤੇ ਕਿ ਕੁੜੀ ਦੇ ਵੱਲ ਇੰਨਾ ਜ਼ਿਆਦਾ ਅਟਰੈਕਟਿਡ ਹੋ ਗਿਆ। ਜੋ ਚੀਜ਼ਾਂ ਮੈਂ ਐਕਚੁਅਲੀ ਲਾਈਫ ਦੇ ਵਿੱਚ ਦੇਖੀਆਂ ਵੀ ਨੇ ਕਿ ਕੁੜੀ ਅਤੇ ਮੁੰਡਾ ਬਹੁਤ ਜ਼ਿਆਦਾ ਸੋਹਣੇ ਨੇ, ਦੇ ਗੈਟ ਟੂਗੈਦਰ। ਉਹ ਇਹ ਨਹੀਂ ਦੇਖਦੇ ਕਿ ਕਿੰਨਾ ਇੰਟਲੈਕਚੁਅਲੀ ਬੰਦਾ ਸਮਾਰਟ ਹੈ ਜਾਂ ਕਿੱਦਾਂ ਉਹਨਾਂ ਦੇ ਥੋਟਸ ਮਿਲਦੇ ਨੇ। ਉਹ ਦੇਖਦੇ ਨੇ ਕਿ ਇੱਕ ਦੂਜੇ ਦੇ ਨਾਲ ਕਿ ਸੋਹਣੇ ਕਿੰਨੇ ਨੇ। ਦੇ ਗੈਟ ਮੈਰਿਡ, ਦੇ ਹੈਵ ਕਿਡਸ, ਐਂਡ ਦੈਨ ਆਫਟਰ ਏ ਵਾਈਲ ਜਦੋਂ ਬਿਊਟੀ ਚਲੀ ਜਾਂਦੀ ਹੈ, 40 ਤੋਂ ਉੱਪਰ ਹੋ ਜਾਂਦੇ ਨੇ, ਕੁੜੀ ਨੇ ਆਪਣੇ ਵੱਲ ਖਿਆਲ ਨਹੀਂ ਰੱਖਿਆ ਜਾਂ ਮੁੰਡੇ ਨੇ ਆਪਣੇ ਵੱਲ ਧਿਆਨ ਨਹੀਂ ਰੱਖਿਆ, ਦੇ ਐਂਡ ਅਪ ਸੈਪਰੇਟ, ਠੀਕ ਹੈ। ਅਤੇ ਬਿਊਟੀ ਇਜ਼ ਅ ਸ਼ਾਰਟ ਲਿਵ ਟਿਰਨੀ। ਅਤੇ ਫਿਰ ਜਦੋਂ ਮੈਂ ਓਨਲੀ ਫੈਨਸ ਜੋ ਕੁੜੀਆਂ ਨੇ ਉਹਨਾਂ ਦੇ ਵੀ ਦੇਖਦਾ ਵਾਂ, ਜੋ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਕੁਝ ਸਾਲ ਪਹਿਲੋਂ ਉਹ ਉਹਦਾ ਕੁੜੀ ਦਾ ਨਾਮ ਯਾਰ, ਜੋ ਬੜਾ ਇਨਕਰੇਜ ਕਰਦੀ ਸੀ ਕੁੜੀਆਂ ਨੂੰ ਕਿ ਤੁਸੀਂ ਓਨਲੀ ਫੈਨਸ 'ਤੇ ਆਵੋ, ਮੀਤੀ ਸਮਥਿੰਗ। ਅਤੇ ਉਹ ਜਦੋਂ ਮੈਂ ਦੇਖਦਾ ਵਾਂ ਕਿ ਯਾਰ ਜਦੋਂ ਕਿਸੇ ਨੂੰ ਆਪਾਂ ਇਨਕਰੇਜ ਕਰਦੇ ਹਾਂ ਓਨਲੀ ਫੈਨਸ ਵੱਲ, ਕਿ ਠੀਕ ਹੈ ਪੈਸਾ ਅਗਰ ਓਨਲੀ ਫੈਨਸ ਤੁਹਾਨੂੰ ਦਿੰਦਾ ਪਿਆ, ਕਿੰਨੇ ਟਾਈਮ ਵਾਸਤੇ, ਕਿੰਨਾ ਟਾਈਮ ਤੁਸੀਂ ਅਰਨ ਕਰ ਸਕਦੇ ਹੋ ਆਪਣੀ ਬਿਊਟੀ ਦੇ ਨਾਲ। ਜਿੱਦਾਂ ਮੈਂ ਕਿਹਾ ਕਿ ਇੱਕ ਵਿੰਡੋ ਹੈ ਬਿਊਟੀ ਦੀ, 20 ਤੋਂ 40 ਸਾਲ ਦੇ ਵਿੱਚ ਉਹ ਤੁਹਾਡੀ ਵਿੰਡੋ ਹੈ। ਉਸ ਤੋਂ ਬਾਅਦ ਕੀ, ਅਗਰ ਬੰਦਾ 20 ਸਾਲ ਸੋਚੋ ਓਨਲੀ ਫੈਨਸ ਦੇ ਉੱਤੇ ਰਹਿੰਦਾ ਐਂਡ ਆਫਟਰ ਦੈਟ ਵਾਟ, ਤੁਸੀਂ ਆਪਣੇ ਰੈਜ਼ਿਊਮੇ ਦੇ ਉੱਤੇ ਕੁਛ ਨਹੀਂ ਪਾ ਸਕਦੇ ਕਿ ਤੁਸੀਂ ਜਵਾਨੀ ਦੇ ਵਿੱਚ ਕੀ ਕੀਤਾ। ਤੁਹਾਡੇ ਕੋਲ ਕੋਈ ਲਾਈਫ ਦਾ ਐਕਸਪੀਰੀਅੰਸ ਨਹੀਂ, ਕੋਈ ਜੋਬ ਦਾ ਐਕਸਪੀਰੀਅੰਸ ਨਹੀਂ। ਅਤੇ ਅਗਰ ਤੁਹਾਡੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬੁਲਿੰਗ ਹੋਏਗੀ। ਅਤੇ ਇੱਦਾਂ ਦੇ ਬਹੁਤ ਜ਼ਿਆਦਾ ਫੈਕਟਰ ਆਉਂਦੇ ਨੇ ਜੋ ਸ਼ਾਰਟਕਟ ਆਪਾਂ ਕਹਿੰਦੇ ਨਾ, ਜਿੱਦਾਂ ਓਨਲੀ ਫੈਨਸ ਇੱਕ ਸ਼ਾਰਟਕਟ ਹੈ
ਲਾਈਫ ਦੇ ਵਿੱਚ ਕਿ ਹੁਣ ਪੈਸੇ ਕਮਾ ਲਓ ਐਂਡ ਵਾਟ ਆਫਟਰ। ਉਹ ਤੋਂ ਬਾਅਦ ਤੁਸੀਂ ਕੀ ਕਰੋਗੇ ਜਦੋਂ ਤੁਸੀਂ ਬੁੱਢੇ ਹੋ ਗਏ ਜਾਂ ਤੁਹਾਡੀ ਬਿਊਟੀ ਚਲੀ ਗਈ, ਕਿਉਂਕਿ ਬਿਊਟੀ ਹਮੇਸ਼ਾ ਨਹੀਂ ਰਹਿੰਦੀ। ਤੇ ਮੁੰਡਿਆਂ ਦੇ ਵਿੱਚ ਵੀ ਜਦੋਂ ਮੈਂ ਕਹਿੰਦੇ ਨੇ ਕਿ ਮੁੰਡੇ ਗੇੜੀ ਮਾਰਦੇ ਨੇ ਤੇ ਕੁੜੀਆਂ ਕਹਿੰਦੀਆਂ ਨੇ ਕਿ ਕਰੀਪਸ ਮੇਰੇ ਪਿੱਛੇ ਹੁੰਦੇ ਨੇ। ਹੁਣ ਕਰੀਪ ਤੇ ਨੌਨ ਕਰੀਪ ਮੁੰਡੇ ਦੇ ਵਿੱਚ ਇਹੀ ਫਰਕ ਹੈ ਕਿ ਨੌਨ ਕਰੀਪ ਮੁੰਡਾ ਹੈਂਡਸਮ ਹੁੰਦਾ ਤੇ ਲੰਬਾ ਹੁੰਦਾ। ਉਹੀ ਚੀਜ਼ ਅਗਰ ਇੱਕ ਸ਼ਾਰਟ ਜਾਂ ਨਾਟ ਸੋ ਹੈਂਡਸਮ ਮੁੰਡੇ ਦੁਆਰਾ ਕੀਤੀ ਜਾਵੇ ਤੇ ਉਹ ਮੁੰਡਾ ਕਰੀਪ ਹੁੰਦਾ। ਤੇ ਇਸ ਲਈ ਕੁੜੀਆਂ ਦਾ ਵੀ ਕਿਤੇ ਨਾ ਕਿਤੇ ਇੱਕ ਡਿਸਐਡਵਾਂਟੇਜ ਹੈ ਮੁੰਡਿਆਂ ਵੱਲ ਕਿ ਅਗਰ ਮੁੰਡਾ ਬੇਵਕੂਫ ਹੈ ਤੇ ਲੰਬਾ ਹੈ ਤੇ ਹੈਂਡਸਮ ਹੈ, ਉਹ ਹਰੇਕ ਚੀਜ਼ ਐਕਸੈਪਟੇਬਲ ਹੈ। ਅਗਰ ਮੁੰਡਾ ਇੰਟੈਲੀਜੈਂਟ ਹੈ ਫੋਰ ਐਗਜ਼ਾਮਪਲ ਬਟ ਸ਼ਾਰਟ ਹੈ ਤੇ ਮੇ ਬੀ ਨਾਟ ਸੋ ਸਮਾਰਟ ਲੁਕਿੰਗ, ਉਹ ਆਟੋਮੈਟਿਕਲੀ ਕਰੀਪ ਬਣ ਜਾਂਦਾ। ਠੀਕ ਹੈ, ਇਹ ਚੀਜ਼ਾਂ ਬਿਊਟੀ ਦੇ ਨਾਲ ਜਾਂ ਹਾਈਟ ਦੇ ਨਾਲ ਆਉਂਦੀਆਂ ਨੇ ਕਿ ਤੁਹਾਨੂੰ ਨਹੀਂ ਪਤਾ ਕਿਹੜੇ ਬੰਦੇ ਨੂੰ ਜਾਂ ਕੁੜੀ ਨੂੰ ਟਰਸਟ ਕਰਨਾ, ਕਿਉਂਕਿ ਬਿਊਟੀ ਜਾਂ ਹਾਈਟ ਉਹ ਚੀਜ਼ਾਂ ਨੂੰ ਫੇਡ ਕਰ ਦਿੰਦੀ ਹੈ। ਤੇ ਹੁਣ ਸਿਰਫ ਅਗਰ ਮੈਂ ਇਹੀ ਗੱਲ ਕਰਾਂ ਕਿ ਸਿਰਫ ਹਾਈਟ ਹੀ ਬੜੀ ਇੰਪੋਰਟੈਂਟ ਹੈ ਜਾਂ ਕੁੜੀ ਦਾ ਸੋਹਣਾ ਹੋਣਾ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਵੀ ਕਿਤੇ ਨਾ ਕਿਤੇ ਗਲਤ ਹੋਏਗੀ। ਸੋਹਣਾ ਹੋਣਾ ਨਾ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਤੁਸੀਂ ਮੈਨੇਜ ਕਰ ਸਕਦੇ ਹੋ। ਹੁਣ ਇਹ ਚੀਜ਼ ਜਿੱਦਾਂ ਆਪਾਂ ਵੈਲ ਗਰੂਮਡ ਬੰਦੇ ਦੀ ਗੱਲ ਕਹਿ ਲਈਏ ਕਿ ਇਮੈਜਿਨ ਕਰੋ ਕਿਸੇ ਕੰਪਨੀ ਦਾ CEO ਤੁਸੀਂ ਦੇਖਿਆ ਤੇ ਉਹ CEO ਦੇ ਨਾਲ ਬੜੇ ਲੰਬੇ ਵਾਲ ਨੇ ਤੇ ਸ਼ਾਇਦ ਉਹ ਇੰਨਾ ਆਪਣੇ ਆਪ ਨੂੰ ਗਰੂਮ ਨਹੀਂ ਰੱਖਦਾ ਜਾਂ ਆਪਣੇ ਆਪ ਨੂੰ ਕਟਿੰਗ ਕਰਾ ਕੇ ਨਹੀਂ ਰੱਖਦਾ ਵਾਲਾਂ ਦੀ ਜਾਂ ਆਪਣੇ ਸ਼ੇਵ ਸ਼ੂ ਕਰਕੇ ਨਹੀਂ ਰੱਖਦਾ, ਤੇ ਉਹਨੂੰ ਤੁਸੀਂ ਜ਼ਿਆਦਾ ਪ੍ਰੈਫਰ ਨਹੀਂ ਕਰੋਗੇ ਐਜ਼ ਏ CEO। ਠੀਕ ਹੈ, ਆਰਮੀ ਅਫਸਰ ਦੀ ਗੱਲ ਕਰੀਏ ਅਗਰ ਉਹਦੇ ਵਾਲ ਛੋਟੇ ਨਹੀਂ ਨੇ, ਇਹ ਛੋਟੀਆਂ ਚੀਜ਼ਾਂ ਨਾ ਆਪਾਂ ਕਿਤੇ ਨਾ ਕਿਤੇ ਪਰਸੈਪਸ਼ਨ ਮੈਨੇਜਮੈਂਟ ਆਪਾਂ ਕਹਿ ਲਈਏ ਕਿ ਇਹ ਆਪਾਂ ਕਰ ਸਕਦੇ ਹਾਂ। ਅਗਰ ਆਰਮੀ ਅਫਸਰ ਨੂੰ ਤੁਸੀਂ ਦੇਖੋ ਲੰਬੇ ਵਾਲਾਂ ਦੇ ਨਾਲ ਸ਼ਾਇਦ ਤੁਸੀਂ ਉਹਨੂੰ ਸੀਰੀਅਸਲੀ ਨਹੀਂ ਲਓਗੇ। ਅਗਰ ਤੁਸੀਂ ਆਪਣਾ ਪੋਲੀਟੀਸ਼ੀਅਨ ਦੇਖੋ ਕਾਲੇ ਕੁੜਤੇ ਪਜਾਮੇ ਦੇ ਵਿੱਚ, ਠੀਕ ਹੈ, ਉਹਨੂੰ ਤੁਸੀਂ ਸ਼ਾਇਦ ਸੀਰੀਅਸਲੀ ਨਹੀਂ ਲਓਗੇ। ਇਹ ਛੋਟੇ ਕਿਊਜ਼ ਨੇ ਜਿਹਦੇ ਨਾਲ ਤੁਸੀਂ ਆਪਣੇ ਪਰਸੈਪਸ਼ਨ ਨੂੰ, ਆਪਣੇ ਲੁੱਕ ਦੀ ਪਰਸੈਪਸ਼ਨ ਨੂੰ ਚੇਂਜ ਕਰ ਸਕਦੇ ਹੋ। ਠੀਕ ਹੈ, ਮੇਰੇ ਲਈ ਇਹੀ ਹੈ ਕਿ ਮੈਂ ਜਦੋਂ ਵੀ ਕੋਈ ਕਲੋਥਿੰਗ ਕਰਦਾ ਵਾਂ ਜਾਂ ਆਪਣੇ ਕੱਪੜੇ ਚੂਜ਼ ਕਰਦਾ ਵਾਂ, ਜ਼ਿਆਦਾ ਕਲਰਫੁਲ ਕੱਪੜੇ ਚੂਜ਼ ਨਹੀਂ ਕਰਦਾ। ਤੇ ਅਗਰ ਤੁਸੀਂ ਕਿਸੇ ਕੰਪਨੀ ਦੇ ਵਿੱਚ ਕਹਿੰਦੇ ਨੇ ਕਿ ਡੋਂਟ ਡਰੈਸ ਅਪ ਫॉर द ਜੌਬ ਯੂ ਹੈਵ, ਡਰੈਸ ਅਪ ਫॉर द ਜੌਬ ਯੂ ਵਾਂਟ, ਤਾਂ ਕਿ ਲੋਕੀ ਤੁਹਾਨੂੰ ਸੀਰੀਅਸਲੀ ਲੈਣ। ਅਗਰ ਤੁਸੀਂ ਕੰਪਨੀ ਦੇ ਵਿੱਚ ਕੋਈ ਸੋਚੋ ਬਿਲਕੁਲ ਜੂਨੀਅਰ ਲੈਵਲ ਦੇ ਵਿੱਚ ਹੋ ਤੇ ਫਿਰ ਵੀ ਤੁਸੀਂ ਡਰੈਸ ਅਪ ਕਰੋ, ਲੋਕੀ ਤੁਹਾਨੂੰ ਸੀਰੀਅਸਲੀ ਲੈਣਗੇ। ਇਹ ਐਕਸਪੈਰੀਮੈਂਟ ਹੋਇਆ ਸੀ ਕੁਝ ਬੱਚਿਆਂ ਦੇ ਉੱਤੇ, ਨਾਟ ਬੱਚਿਆਂ ਦੇ ਉੱਤੇ, ਇੱਕ ਸਟੱਡੀ ਕਹਿ ਲਈਏ ਕਿ ਬੱਚਿਆਂ ਦੇ ਨਾਲ ਹੋਈ। ਉਹਨਾਂ ਨੂੰ ਚੀਜ਼ਾਂ ਦਿਖਾਈਆਂ ਗਈਆਂ, ਇੱਕ ਚੀਜ਼ ਇੱਦਾਂ ਦੀ ਸੀ ਜੋ ਇੰਨੀ ਜ਼ਿਆਦਾ ਸਿਮੈਟਰੀਕਲ ਨਹੀਂ ਸੀ ਤੇ ਦੂਜੀ ਚੀਜ਼ ਸੀ ਜੋ ਬਹੁਤ ਜ਼ਿਆਦਾ ਸਿਮੈਟਰੀਕਲ ਸੀ, ਜਿੱਦਾਂ ਬਹੁਤ ਜ਼ਿਆਦਾ ਮੇਜ਼ ਖਾਂਦੀ ਸੀ। ਠੀਕ ਹੈ, ਤੇ ਉਹ ਬੱਚੇ ਆਈ ਥਿੰਕ 6 ਜਾਂ 7 ਮਹੀਨੇ ਦੇ ਸੀ। ਬੱਚੇ ਜੋ ਬਹੁਤ ਜ਼ਿਆਦਾ ਸਿਮੈਟਰੀਕਲ ਚੀਜ਼ਾਂ ਸੀ ਨਾ ਉਹਨਾਂ ਵੱਲ ਬਹੁਤ ਜ਼ਿਆਦਾ ਅਟਰੈਕਸ਼ਨ ਉਹਨਾਂ ਦੀ ਹੋਈ, ਜਾਂ ਉਹਦੇ ਵੱਲ ਸਿਮੈਟਰੀਕਲ ਚੀਜ਼ਾਂ ਵੱਲ ਉਹਨਾਂ ਨੇ ਜ਼ਿਆਦਾ ਦੇਖਿਆ। ਤੇ ਬੱਚੇ ਜਦੋਂ ਆਪਾਂ 6 ਜਾਂ 7 ਮਹੀਨੇ ਦੇ ਹੀ ਹੁੰਦੇ ਆ ਨਾ, ਆਪਾਂ ਸੋਹਣੀਆਂ ਚੀਜ਼ਾਂ ਨੂੰ ਕੈਪਚਰ ਕਰਨਾ ਜਾਂ ਉਹਨਾਂ ਨੂੰ ਅਟਰੈਕਟਿਵ ਫਾਈਂਡ ਕਰਨਾ ਸ਼ੁਰੂ ਕਰ ਦਿੰਦੇ ਆ। ਠੀਕ ਹੈ, ਤੇ ਸੋਹਣੀ ਚੀਜ਼ ਉਹੀ ਹੈ ਜੋ ਬਹੁਤ ਜ਼ਿਆਦਾ ਸਿਮੈਟਰੀਕਲ ਹੈ। ਤੇ ਸਿਮੈਟਰੀਕਲ ਆਪਾਂ ਕਹਿ ਸਕਦੇ ਹਾਂ ਤੁਹਾਡੇ ਫੇਸ ਦਾ ਸਟਰਕਚਰ ਹੋ ਗਿਆ ਜੋ ਤੁਸੀਂ ਮੈਨੇਜ ਕਰ ਸਕਦੇ ਹੋ। ਇਮੈਜਿਨ ਕਰੋ ਤੁਸੀਂ ਪੀਜ਼ਾ ਹੀ ਖਾਂਦੇ ਰਹਿੰਦੇ ਹੋ ਸਾਰਾ ਦਿਨ ਜਾਂ ਨੂਡਲਸ ਹੀ ਖਾਂਦੇ ਰਹਿੰਦੇ ਹੋ ਸਾਰਾ ਦਿਨ, ਤੁਹਾਡੇ ਚਬੀ ਤੁਸੀਂ ਹੋ ਜਾਓਗੇ, ਤੁਹਾਡਾ ਫੇਸ ਵੀ ਚਬੀ ਹੋ ਜਾਏਗਾ, ਤੁਹਾਡੀਆਂ ਗੱਲਾਂ ਬਾਹਰ ਨਿਕਲ ਆਉਣਗੀਆਂ, ਗੋਗੜ ਬਾਹਰ ਹੋ ਜਾਏਗੀ, ਤੁਹਾਡੀ ਬੋਡੀ ਆਟੋਮੈਟਿਕਲੀ ਸਿਮੈਟਰੀਕਲ ਨਹੀਂ ਰਹੇਗੀ। ਤੇ ਇਹੀ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਫੋਰ ਐਗਜ਼ਾਮਪਲ, ਤੁਹਾਡਾ ਫੇਸ ਵੀ ਸ਼ੇਪ 'ਚ ਆਉਂਦਾ, ਤੁਹਾਡੀ ਜੌ ਲਾਈਨ ਬਾਹਰ ਆ ਜਾਏਗੀ, ਤੁਹਾਡੀ ਬੋਡੀ ਦੀ ਵੀ ਸ਼ੇਪ ਬਣ ਜਾਏਗੀ ਤੇ ਆਟੋਮੈਟਿਕਲੀ ਤੁਹਾਡੀ ਬੋਡੀ ਸਿਮੈਟਰੀਕਲ ਹੋ ਗਈ। ਭਾਵੇਂ ਤੁਹਾਡੀ ਹਾਈਟ ਹੈ ਜਾਂ ਨਹੀਂ ਹੈ, ਤੁਸੀਂ ਸਿਰਫ ਜਿਮ ਜਾਣ ਕਾਰਨ ਹੀ ਆਪਣੀ ਬੋਡੀ ਨੂੰ ਸਿਮੈਟਰੀਕਲ ਬਣਾ ਸਕਦੇ ਹੋ। ਠੀਕ ਹੈ, ਹੁਣ ਤੁਸੀਂ ਕੱਪੜੇ ਕਿੱਦਾਂ ਦੇ ਪਾਉਂਦੇ ਹੋ। ਤੇ ਮੈਨੂੰ ਯਾਦ ਹੈ ਨਾ ਕਿ ਇੱਕ ਵਾਰੀ ਸਾਡੇ ਨਾ ਘਰ ਫੰਕਸ਼ਨ ਸੀ ਤੇ ਫੰਕਸ਼ਨ ਦੇ ਵਿੱਚ ਮੇਰੇ ਸਾਰੇ ਫਰੈਂਡ ਆਏ ਤੇ ਇੱਕ ਫਰੈਂਡ ਆਇਆ ਤੇ ਉਹ ਫੰਕਸ਼ਨ ਕਾਫੀ ਜਿੱਦਾਂ ਵਿਆਹ ਕਹਿ ਲਈਏ, ਫੈਮਿਲੀ ਦੇ ਵਿੱਚ ਵਿਆਹ ਸੀ ਤੇ ਮੇਰੇ ਫਰੈਂਡ ਨਾ ਜੀਨ ਪਾ ਕੇ ਆ ਗਿਆ। ਸਾਰੇ ਮੇਰੇ ਫਰੈਂਡਸ ਨੇ ਕੋਟ ਪੈਂਟ ਪਾਏ ਹੋਏ ਤੇ ਅਗਰ ਕੁੜੀਆਂ ਜੋ ਮੇਰੀਆਂ ਫਰੈਂਡ ਸੀ ਪ੍ਰੋਪਰਲੀ ਡਰੈਸਅਪ ਸੀ, ਇੱਕ ਫਰੈਂਡ ਮੇਰਾ ਆ ਗਿਆ ਜੀਨ ਪਾ ਕੇ। ਮੈਨੂੰ ਇੰਨਾ, ਮੈਂ ਉਹਨੂੰ ਐਜ਼ ਏ ਡਿਸਰਿਸਪੈਕਟ ਮੰਨਿਆ ਕਿ ਯਾਰ ਫੈਮਿਲੀ ਦੇ ਵਿੱਚ ਇੰਨਾ ਤਗੜਾ ਫੰਕਸ਼ਨ ਹੈ, ਤੂੰ ਜੀਨ ਤੇ ਸਪੋਰਟ ਸ਼ੂਜ਼ ਪਾ ਕੇ ਆਇਆ, ਭਾਵੇਂ ਘਰੋਂ ਤੂੰ ਬੜਾ ਤਗੜਾ। ਉਹਨੇ ਨਾ ਇਹ ਚੀਜ਼ ਨੂੰ ਬੜਾ ਲਾਈਟਲੀ ਲਿਆ
ਤੇ ਇੱਕ ਸਟੋਰੀ ਦਾ ਮੇਰਾ ਇਹੀ ਕਹਿਣ ਦਾ ਭਾਵ ਕਿ ਹਰੇਕ ਓਕੇਜ਼ਨ ਵਾਸਤੇ ਜਿੱਦਾਂ ਕੱਪੜੇ ਨੇ ਨਾ, ਤੇ ਉੱਦਾਂ ਹੀ ਤੁਸੀਂ ਛੋਟੇ ਛੋਟੇ ਕਿਊਜ਼ ਦੇ ਰਾਹੀਂ ਆਪਣੀ ਲੁੱਕ ਨੂੰ ਮੈਨੇਜ ਕਰ ਸਕਦੇ ਹੋ। ਤੇ ਇੱਕ ਮੈਂ ਨਾ ਇੱਕ ਪਬਲਿਕ ਸਪੀਕਰ ਨੂੰ ਸੁਣਦਾ ਪਿਆ ਸੀ, ਤੇ ਉਹਨੇ ਇਹ ਦੱਸਿਆ ਕਿ ਕਹਿੰਦਾ ਮੈਂ ਹਮੇਸ਼ਾ ਕਿਤੇ ਵੀ ਜਾਵਾਂ ਨਾ, ਮੈਂ ਕੋਟ ਪੈਂਟ 'ਚ ਪਾ ਕੇ ਜਾਂਦਾ ਵਾਂ। ਕਹਿੰਦੇ ਕੋਟ ਪੈਂਟ ਦੇ ਨਾਲ ਤੁਸੀਂ ਫੀਲ ਕਰੋਗੇ ਤੁਹਾਡੇ ਆਸੇ ਪਾਸੇ ਲੋਕੀ ਕਾਫੀ ਤੁਹਾਨੂੰ ਸੀਰੀਅਸਲੀ ਲੈਂਦੇ ਨੇ। ਤੇ ਇਹੀ ਕਹਿੰਦਾ ਅਗਰ ਮੈਂ ਜੀਨ ਜਾਂ ਟੀ ਸ਼ਰਟ ਪਾ ਕੇ ਜਾਵਾਂ ਨਾ, ਲੋਕੀ ਤੁਹਾਨੂੰ ਸੀਰੀਅਸਲੀ ਨਹੀਂ ਲੈਣਗੇ। ਠੀਕ ਹੈ, ਤੁਹਾਨੂੰ ਲੋਕੀ ਇੰਨਾ ਡੋਮੀਨੈਂਟ ਕਹਿ ਲਈਏ ਨਹੀਂ ਮੰਨਣਗੇ। ਤੇ ਤੁਹਾਨੂੰ ਦੇਖਿਆ ਜਾਂਦਾ ਜੀਨ ਤੇ ਟੀ ਸ਼ਰਟ ਦੇ ਵਿੱਚ ਕਿ ਇੱਕ ਬੜਾ ਯੰਗ ਇਨਐਕਸਪੀਰੀਅੰਸਡ ਬੰਦਾ ਹੈ। ਤੇ ਜਦੋਂ ਆਪਾਂ ਆਪਣੀ ਅਟਰੈਕਸ਼ਨ ਦੀ ਗੱਲ ਕਰਦੇ ਹਾਂ, ਆਪਾਂ ਨੂੰ ਸੀਰੀਅਸਲੀ ਲੈਣਾ ਇੱਕ ਕਾਈਂਡ ਆਫ ਫੀਚਰ ਹੈ ਆਪਣਾ, ਕਿ ਅਗਰ ਆਪਾਂ ਨੂੰ ਲੋਕੀ ਸੀਰੀਅਸਲੀ ਲੈਂਦੇ ਨੇ ਨਾ, ਉਹ ਆਟੋਮੈਟਿਕਲੀ ਇੱਕ ਅਟਰੈਕਸ਼ਨ ਵਾਲਾ ਫੀਚਰ ਬਣ ਜਾਂਦਾ ਹੈ। ਅਤੇ ਇਸ ਲਈ ਡਰੈਸਅਪ ਕਿੱਦਾਂ ਤੁਸੀਂ ਕਰਦੇ ਹੋ, ਆਪਣੀ ਕਿੰਨੀ ਗਰੂਮਿੰਗ ਕਰਦੇ ਹੋ, ਠੀਕ ਹੈ, ਕਿੱਦਾਂ ਦਾ ਤੁਹਾਡਾ ਖਾਣਾ ਪੀਣਾ ਹੈ, ਕਿੰਨੀ ਤੁਸੀਂ ਐਕਸਰਸਾਈਜ਼ ਕਰਦੇ ਹੋ, ਠੀਕ ਹੈ, ਕਿੱਦਾਂ ਦੇ ਕਲਰ ਦੇ ਤੁਸੀਂ ਕੱਪੜੇ ਪਾਉਂਦੇ ਹੋ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਸਿਰਫ ਹਾਈਟ ਹੀ ਇੱਦਾਂ ਦੀ ਚੀਜ਼ ਨਹੀਂ। ਹੁਣ ਕੁੜੀਆਂ ਦੇ ਵਿੱਚ ਨਾ, ਅਗਰ ਸੋਚੋ ਕੋਈ ਕਰਵੀ ਕੁੜੀ ਨਹੀਂ, ਕਰਵ ਨਹੀਂ ਰੱਖਦੀ ਜ਼ਿਆਦਾ, ਠੀਕ ਹੈ, ਇੱਦਾਂ ਦੀਆਂ ਬਹੁਤ ਕਲਾਸਿਕ ਕੁੜੀਆਂ ਨੇ ਜੋ ਸਕਿਨੀ ਨੇ, ਬਟ ਉਹਨਾਂ ਨੂੰ ਪਤਾ ਹੈ ਕਿ ਡਰੈਸਅਪ ਕਿੱਦਾਂ ਕਰਨਾ, ਜਾਂ ਉਹਨਾਂ ਦੀ ਬੋਲੀ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਕਿਸੇ ਨਾਲ ਗੱਲ ਕਰਨੀ ਹੈ। ਉਹ ਫੀਚਰ ਵੀ ਬਹੁਤ ਜ਼ਿਆਦਾ ਅਟਰੈਕਟਿਵ ਬਣਾਉਂਦੇ ਨੇ ਉਹਨਾਂ ਨੂੰ। ਕੁਛ ਚੀਜ਼ਾਂ ਜੋ ਆਪਣਾ ਬ੍ਰੇਨ ਚਾਹੁੰਦਾ ਕਿ ਉਹ ਚੀਜ਼ ਹੋਵੇ, ਬਟ ਅਗਰ ਉਹ ਚੀਜ਼ ਨਹੀਂ ਹੈ ਤੁਹਾਡੇ ਕੋਲ, ਤੁਸੀਂ ਹੋਰ ਚੀਜ਼ਾਂ ਆਪਣੀ ਪਰਸਨੈਲਿਟੀ ਦੇ ਵਿੱਚ, ਆਪਣੀ ਡੇਲੀ ਲਾਈਫ ਦੇ ਵਿੱਚ ਇੰਟਰੋਡਿਊਸ ਕਰ ਸਕਦੇ ਹੋ ਜੋ ਤੁਹਾਨੂੰ ਅਟਰੈਕਟਿਵ ਬਣਾਉਂਦਾ। ਠੀਕ ਹੈ, ਕਿਹੜੇ ਬੰਦੇ ਨੇ ਕਿਹਾ ਸੀ ਕਿ ਕਹਿੰਦਾ ਕਿ ਹੁਣ ਦੇਖੋ ਆਪਾਂ ਭਾਬੀ ਖੇਡਣ ਦੇ ਆ ਨਾ, ਹੁਣ ਜਿਹੜੇ ਕਾਰਡ ਆਪਾਂ ਨੂੰ ਮਿਲ ਗਏ ਉਹਦੇ ਨਾਲ ਹੀ ਖੇਡਣਾ ਪੈਣਾ। ਇੱਕ ਚੀਜ਼ ਹੈ ਜਿਹਦੇ ਉੱਤੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਇੱਕ ਚੀਜ਼ ਹੈ ਜਿਹਦੇ ਉੱਤੇ ਤੁਸੀਂ ਬਿਲਕੁਲ ਕੰਟਰੋਲ ਕਰ ਸਕਦੇ ਹੋ, ਅਤੇ ਆਪਾਂ ਓਬਵੀਅਸਲੀ ਉਹਦੇ ਉੱਤੇ ਕੰਮ ਕਰੀਏ ਜਿਹਦੇ ਉੱਤੇ ਆਪਾਂ ਕੰਮ ਕਰ ਸਕਦੇ ਹਾਂ। ਮੈਂ ਕੰਮ ਕਰਦਾ ਵਾਂ ਆਪਣੀ ਫਿਟਨੈਸ ਦੇ ਉੱਤੇ, ਹੈਲਥ ਦੇ ਉੱਤੇ, ਠੀਕ ਹੈ, ਮੈਂ ਕੰਮ ਕਰਦਾ ਵਾਂ ਆਪਣੀ ਬੋਲੀ ਦੇ ਉੱਤੇ, ਕਿੱਦਾਂ ਮੈਂ ਕਿਸੇ ਨਾਲ ਗੱਲ ਕਰਦਾ ਵਾਂ, ਕਿੱਦਾਂ ਮੈਂ ਕਿਸੇ ਦੇ ਨਾਲ ਪੇਸ਼ ਆਉਂਦਾ ਵਾਂ, ਠੀਕ ਹੈ, ਮੈਂ ਆਪਣੀ ਬੋਡੀ ਲੈਂਗੁਏਜ ਦੇ ਉੱਤੇ ਕੰਮ ਕਰਦਾ ਵਾਂ, ਠੀਕ ਹੈ। ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਮੈਂ ਫੀਲ ਕਰਦਾ ਕਿ ਹੋ ਸਕਦਾ ਕਿਸੇ ਵਾਸਤੇ ਉਹ ਚੀਜ਼ ਅਟਰੈਕਟਿਵ ਹੋਵੇ, ਠੀਕ ਹੈ, ਭਾਵੇਂ ਮੈਂ 6 ਫੁੱਟ ਦਾ ਨਹੀਂ ਆ, ਦੂਜੀਆਂ ਚੀਜ਼ਾਂ ਦੇ ਨਾਲ ਮੈਂ ਉਹਨੂੰ ਕਾਈਂਡ ਆਫ ਕਵਰ ਅਪ ਕਰ ਸਕਦਾ ਵਾਂ। ਅਤੇ ਕੁੜੀਆਂ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਬਹੁਤ ਕਲਾਸਿਕ ਕੁੜੀਆਂ ਮੈਂ ਦੇਖੀਆਂ ਨੇ ਕਿ ਮੈਂ ਅੱਜ ਕੱਲ੍ਹ ਨਹੀਂ, ਸ਼ੁਰੂ ਤੋਂ ਹੀ ਮੈਂ ਕਹਿ ਲਵਾਂ, ਠੀਕ ਹੈ, ਬਿਗ ਬੂਬਸ, ਬਿਗ ਬਟਸ, ਚਲੋ ਇੱਕ ਚੀਜ਼ ਰਹਿ ਗਈ, ਬਟ ਜਦੋਂ ਮੈਂ ਕਿਸੇ ਨੂੰ ਕੁੜੀ ਨੂੰ ਗੱਲ ਕਰਦੇ ਸੋਚਦਾ ਨਾ, ਉਹਦੇ ਵਰਡਸ ਦੀ ਚੋਇਸ ਕਿੱਦਾਂ ਦੀ ਹੈ, ਕਿ ਕਿਹੜੇ ਵਰਡਸ ਨਾਲ ਉਹਨੇ ਕਿਸੇ ਨੂੰ ਐਡਰੈਸ ਕੀਤਾ, ਕਿੱਦਾਂ ਦੇ ਉਹਦੇ ਮੈਨਰਸ ਨੇ, ਬੈਠ ਕੇ ਉਹਨੇ ਕਿੱਦਾਂ ਖਾਧਾ ਜਾਂ ਕਿਸੇ ਦੇ ਨਾਲ ਕਿੱਦਾਂ ਇੰਟਰੈਕਸ਼ਨ ਕੀਤੀ, ਉਹ ਚੀਜ਼ਾਂ ਮੈਂ ਬਹੁਤ ਅਟਰੈਕਟਿਵ ਮੰਨਦਾ ਵਾਂ, ਠੀਕ ਹੈ। ਅਤੇ ਹੁਣ ਏਜ ਆਫ ਇਨਫੋਰਮੇਸ਼ਨ ਦੇ ਨਾਲ, ਹੁਣ ਜਿੱਦਾਂ ਦੀ ਏਜ ਆਪਣੀ ਆ ਗਈ ਹੈ, ਬ੍ਰੇਨ ਹੌਲੀ ਹੌਲੀ ਇਹ ਚੀਜ਼ਾਂ ਦੇ ਨਾਲ ਸਸੈਪਟੇਬਲ ਹੋਏਗਾ, ਜਾਂ ਹੌਲੀ ਹੌਲੀ ਇਹ ਚੀਜ਼ ਨੂੰ ਮੰਨੇਗਾ, ਪ੍ਰੋਬਲੀ ਕੁਛ ਸਾਲਾਂ ਬਾਅਦ ਜਾਂ ਕੁਛ 100 ਸਾਲ ਜਾਂ 200 ਸਾਲਾਂ ਬਾਅਦ, ਕਿ ਸ਼ਾਇਦ ਹਾਈਟ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਸ਼ਾਇਦ ਬੋਡੀ ਦਾ ਕਰਵੀ ਹੋਣਾ ਸ਼ਾਇਦ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ। ਆਪਾਂ ਸਮਿਟਰੀ ਦੇ ਵੱਲ ਬਹੁਤ ਜ਼ਿਆਦਾ ਗ੍ਰੈਵੀਟੇਟ ਕਰਦੇ ਹਾਂ, ਅਤੇ ਸਮਿਟਰੀ ਦੇ ਵਿੱਚ ਤੁਸੀਂ ਆਪਣੀ ਬੋਡੀ ਸਮਿਟਰੀਕਲ ਬਣਾ ਸਕਦੇ ਹੋ ਛੋਟੀਆਂ ਛੋਟੀਆਂ ਇੰਪਰੂਵਮੈਂਟਸ ਕਰਕੇ। ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਮੋਦੀ ਦੀ ਲੁੱਕ, ਇਨੀਸ਼ੀਅਲੀ ਜਦੋਂ CM ਸੀ ਉਦੋਂ ਦੀ ਲੁੱਕ ਅਤੇ PM ਦੀ ਲੁੱਕ, ਬਹੁਤ ਛੋਟੀਆਂ ਛੋਟੀਆਂ ਉਹਦੀਆਂ ਲੁੱਕ ਦੇ ਨਾਲ ਚੀਜ਼ਾਂ ਕੀਤੀਆਂ ਗਈਆਂ ਨੇ ਕਿ ਉਹਨੂੰ ਇੱਕ ਅਟਰੈਕਟਿਵ ਲੀਡਰ ਬਣਾਉਣ ਵਾਸਤੇ, ਉਹਨੂੰ ਕਾਮ ਦਿਖਾਉਣ ਵਾਸਤੇ, ਠੀਕ ਹੈ। ਅਤੇ ਉਹਦਾ ਇਫੈਕਟ ਕਿਤੇ ਨਾ ਕਿਤੇ ਦੂਜੇ ਲੀਡਰਾਂ ਦੇ ਉੱਤੇ ਪੈਂਦਾ ਕਿ ਸ਼ਾਇਦ ਮੋਦੀ ਅਗਰ ਸੋਸ਼ਲ ਮੀਡੀਆ ਨਾ ਹੋਵੇ, ਅਗਰ ਮੀਡੀਆ ਨਾ ਹੋਵੇ, ਜੋ ਮੋਦੀ ਦੀਆਂ ਹਰਕਤਾਂ ਨੇ ਇੰਡੀਆ ਦੇ ਵਿੱਚ, ਉਹ ਸ਼ਾਇਦ ਕਦੇ ਵੀ ਬਾਹਰ ਨਾ ਆਉਣ, ਠੀਕ ਹੈ। ਬਟ ਜਿੱਦਾਂ ਵੀ ਉਹਨੂੰ ਮੈਨੇਜ ਕੀਤਾ ਗਿਆ ਹੁਣ ਤੱਕ ਉਹਦੀ ਲੁੱਕ ਨੂੰ, ਉਹ ਚੀਜ਼ ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਲਿਆ ਸਕਦੇ ਹੋ ਕਿ ਜਿੱਦਾਂ ਉਹ ਲੱਗਦਾ ਕਿ ਯਾਰ ਹੁਣ 73 ਸਾਲਾਂ ਦਾ, ਉਹ 73 ਈਅਰਸ ਦਾ, ਸ਼ਾਇਦ ਇੰਨਾ ਬੁੱਢਾ ਨਹੀਂ ਲੱਗਦਾ ਕਿਉਂਕਿ ਉਹਦੀ ਲੁੱਕ ਨੂੰ ਮੈਨੇਜ ਕੀਤਾ ਜਾ ਰਿਹਾ। ਉੱਦਾਂ ਹੀ ਤੁਸੀਂ ਆਪਣੀ ਲੁੱਕ ਨੂੰ ਮੈਨੇਜ ਕਰ ਸਕਦੇ ਹੋ। ਅਤੇ ਅਗਰ ਤੁਹਾਡੇ ਕੋਲ ਚੀਜ਼ ਕੋਈ ਨਹੀਂ, ਅਗਰ ਤੁਹਾਡੇ ਕੋਲ ਹਾਈਟ ਨਹੀਂ, ਅਤੇ ਆਈ ਥਿੰਕ ਉਹ ਕਿਤੇ ਨਾ ਕਿਤੇ ਤੁਹਾਨੂੰ ਪੁਸ਼ ਕਰਦਾ ਦੂਜੀਆਂ ਚੀਜ਼ਾਂ ਸਿੱਖਣ ਦੇ ਵਿੱਚ, ਅਤੇ ਉਹ ਤੁਹਾਡੀ ਐਡਵਾਂਟੇਜ ਵੀ ਬਣ ਸਕਦੀ ਹੈ। ਅਤੇ ਜੋ ਕਾਰਡ ਤੁਹਾਨੂੰ ਮਿਲੇ ਨੇ ਉਹਦੇ ਨਾਲ ਹੀ ਖੇਡਣਾ ਪਏਗਾ। ਅਤੇ ਸ਼ਾਇਦ ਅਗਰ ਮੈਂ ਵੀ ਆਪਣੇ ਵੱਲ ਵੀ ਦੇਖਾਂ, ਅਤੇ ਮੇ ਬੀ ਛੋਟੀ ਹਾਈਟ ਹੋਣ ਕਾਰਨ ਹੀ
ਮੇ ਬੀ ਨੈਪੋਲੀਅਨ ਕੰਪਲੈਕਸ ਹੋਣ ਦੇ ਕਾਰਨ ਹੀ ਸ਼ਾਇਦ ਮੈਂ ਪੋਡਕਾਸਟ ਕਰਦਾ ਪਿਆ ਵਾਂ, ਠੀਕ ਹੈ, ਜਾਂ ਸ਼ਾਇਦ ਮੈਂ ਲਾਈਫ ਦੇ ਵਿੱਚ ਆਲਰਾਈਟ ਸਕਸੈਸਫੁਲ ਕਾਈਂਡ ਆਫ ਹਾਂ, ਠੀਕ ਹੈ, ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਮੇ ਬੀ ਮੇਰੀ ਹਾਈਟ ਕਾਰਨ ਹੀ। ਅਗਰ ਮੈਂ ਥੋੜ੍ਹਾ ਲੰਬਾ ਹੁੰਦਾ ਤਾਂ ਸ਼ਾਇਦ ਮੈਂ ਥੋੜ੍ਹਾ ਜਿਹਾ ਕੇਅਰਲੈਸ ਹੁੰਦਾ, ਕਾਈਂਡ ਆਫ ਇਟ ਮੇਕ ਸੈਂਸ ਕਿ ਸ਼ਾਇਦ ਮੈਂ ਕੇਅਰਲੈਸ ਹੁੰਦਾ ਅਤੇ ਮੇ ਬੀ ਮੈਂ ਆਪਣੇ ਉੱਤੇ ਕੰਮ ਨਾ ਕਰਦਾ ਹੁੰਦਾ। ਅਤੇ ਇਸ ਲਈ ਅਗਰ ਤੁਹਾਡੀ ਹਾਈਟ ਛੋਟੀ ਹੈ, ਉਹ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਲਿਮਿਟ ਨਹੀਂ ਕਰਦੀ, ਤੁਸੀਂ ਹਮੇਸ਼ਾ ਉਹ ਚੀਜ਼ ਨੂੰ ਓਵਰਕਮ ਕਰ ਸਕਦੇ ਹੋ। ਦਿਸ ਇਜ਼ ਵਾਟ ਆਈ ਫੀਲ ਲਾਈਕ। ਅਤੇ ਇਹ ਸੀ ਅੱਜ ਦਾ ਐਪੀਸੋਡ। ਹੋਪਫੁਲੀ ਸਾਰਿਆਂ ਨੂੰ ਵਧੀਆ ਲੱਗਿਆ ਹੋਏਗਾ। ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ। ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ। ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ ਦੇ ਵਿੱਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ।